वाहिगुरु जी की फतेह। साजी नवाजी सतगुरां दी गुरु रूप साध संगत जी सतगुरां दी अपार बख्शिश हुई है। दिन के पिछले पहर के दीवाना विच एकत्र होने का सुभाग प्राप्त होया। आओ इस समय नूं सुहावना बनाइए। गुर इतिहास के पावन प्रसंगां दे विचों आप जी ने सरवण कीता सी। जदों मेहता जी ने भाई बाला जी नूं उकसाउण दी कोशिश की, उन्हां खरियां खरियां सुनाइयां। किते सुपने विच भी ना सोचियो मैं गुरु नानक साहब जियां दा धन चुरा के तुहानूं दे देना। मेरे लिए वो परमात्मा परमेश्वर तो कर नहीं। जे ज्यादा ही चिंता तुहानूं अपने पुत्र की कमाई दी है, अपना घर बार छड्ड के सुल्तानपुर लोधी आ जाओ। जिन्नी कमाई सतगुर करनगे काबिल हो जाओ। इन्हें वचन कह के भाई बाला जी मोदी खाने ते आ गए। सतगुरां दे पिता जी फिर बड़े दुखी ने। आखिरकार भाई जय राम जी ने आखे छेती विआह हो जाएगा, तुहाडे मुताबिक समझ जाएंगे। पिता ने वरेगी लई अपने घर आ गए, पर मन बड़ा बुझिया हुआ है। उधर सतगुरु सच्चे पातशाह जी मोदी खाने ते 13 तोलते ने। अगे नालों भी ज्यादा गुरु साहब ने गतिविधियां बढ़ा दित्तियां। इन्हां सारे प्रसंगां नूं बड़े विस्तार सहित आप जी ने सरवण कीता सी। आओ कुछ समा मन चित व्यक्तियां नूं एकाग्र चित बनाइए। पाओ प्रेम की सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा कितक काल बीतत भयो, तब है बिसन एक आए। महाकवि भाई संतोख सिंह जी सतगुरां ते बचपन ते जवानी दे प्रसंगां नूं बड़ी शिद्दत नाल लिख रहे हैं। भाई बाला जी गुरु अंगद देव महाराज नूं ये पावन कथा खडूर साहिब की धरती ते सुना रहे हैं। जदों सतगुरां दे पिता विदायगी लैके अपने घर आए, हुण गुरु साहब ने बड़े बड़े पद्धर ते मोदी खाने के दरवाजे खोल दिते। अगे ते वंडदे सी हथीं, हुण वंडना छड्ड दिता। हुण हुक्म कीता जिन्हों जिन्नी लोड़ है उन्हां चुके लै लो। सतगुरां दी महिमा फैलदी गई।
ਇੱਥੋਂ ਤੱਕ ਮੰਗਣ ਵਾਲੇ ਲੋਕ, ਫਕੀਰ, ਸਾਧੂ, ਸੰਤ, ਮਹਾਂਪੁਰਖ, ਭਗਵੇਂ ਕੱਪੜਿਆਂ ਵਾਲੇ ਮੰਡਲੀਆਂ ਦੇ ਸਮੇਤ ਆਉਂਦੇ ਨੇ, ਰਸਦਾਂ ਦੇ ਗੱਡੇ ਭਰ ਕੇ ਲੈ ਜਾਂਦੇ ਨੇ। ਕਹਿੰਦੇ ਹੁਣ ਜਿੱਥੇ ਸਤਿਗੁਰਾਂ ਦੀ ਮਹਿਮਾ ਬੜੀ ਪ੍ਰਚਲਿਤ ਹੋ ਗਈ, ਉੱਥੇ ਕਈਆਂ ਦੇ ਢਿੱਡੀ ਪੀੜਾਂ ਦੇ ਪੈਣੀਆਂ ਨੇ, ਨਿੰਦਕਾਂ ਦੇ ਸਾਹ ਸੁੱਤੇ ਪਏ ਆ। ਜਿਵੇਂ ਸੂਰਜ ਚੜ੍ਹਿਆ ਤੋਂ ਉੱਲੂਆਂ ਲਈ ਹਨੇਰਾ ਹੋ ਜਾਂਦਾ ਹੈ, ਸਾਰੇ ਜ਼ਮਾਨੇ ਲਈ ਤੇ ਚਾਨਣਾ। ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਸੂਰਜ ਜਦੋਂ ਸੁਲਤਾਨਪੁਰ ਲੋਧੀ ਵਿੱਚ ਉਗਰ ਹੋਇਆ, ਕੁਝ ਨਿੰਦਕਾਂ, ਚੁਗਲਖੋਰਾਂ ਤੋਂ ਬਰਦਾਸ਼ਤ ਨਾ ਹੋਇਆ। ਆਖਰਕਾਰ ਇੱਕ ਦਿਨ ਇੱਕ ਚੁਗਲ, ਕਿਉਂਕਿ ਚੁਗਲਖੋਰ ਜਦੋਂ ਤੱਕ ਚੁਗਲੀ ਨਾ ਕਰੇ ਉਦੋਂ ਤੱਕ ਢਿੱਡ ਨੂੰ ਸਾਹ ਨਹੀਂ ਆਉਂਦਾ। ਉਹਨੇ ਵੇਖਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਦੁਕਾਨ ਬੰਦ ਕਿਵੇਂ ਕਰਾਈ ਜਾਏ। ਆਪ ਤੇ ਕਰ ਨਹੀਂ ਸਕਦੇ, ਬੰਦ ਕਰਾਓ। ਸਤਿਗੁਰਾਂ ਦੇ ਜੀਜਾ ਜੈ ਰਾਮ ਜੀ, ਉਹਨਾਂ ਨੂੰ ਸਹਿਜ ਸੁਭਾਅ ਰਸਤੇ ਵਿੱਚ ਮਿਲ ਗਿਆ। ਕਹਿੰਦਾ ਜੈ ਰਾਮ ਜੀ, ਗੱਲ ਬੜੀ ਜ਼ਰੂਰੀ ਹੈ, ਔਰ ਇਹ ਗੱਲ ਸਿਰਫ ਤੁਹਾਨੂੰ ਮੈਂ ਦੱਸਣ ਲੱਗਿਆ, ਮੈਥੋਂ ਸਿਵਾ ਕਿਸੇ ਨੇ ਨਹੀਂ ਦੱਸਣੀ। ਚੁਗਲਖੋਰ ਅਕਸਰ ਹਮਦਰਦ ਬਣ ਕੇ ਪੇਸ਼ ਹੁੰਦੇ ਤੇ ਵੱਟ ਚੜਾ ਜਾਂਦੇ ਨੇ। ਆਖੋ ਸਤਿਨਾਮ। ਹੁਣ ਜਦੋਂ ਇਹ ਚੁਗਲਖੋਰ ਜੈ ਰਾਮ ਜੀ ਨੂੰ ਮਿਲਿਆ, ਕਹਿੰਦਾ ਗੱਲ ਬਹੁਤ ਜ਼ਰੂਰੀ ਹੈ, ਕਰਨੀ ਤੁਹਾਡੇ ਕੱਲਿਆਂ ਨਾਲ ਹੈ। ਜੈ ਰਾਮ ਜੀ ਕਹਿੰਦੇ ਆਜੋ ਘਰ ਚੱਲਦੇ ਆ, ਨਾਲੇ ਦੁੱਧ ਪਾਣੀ ਛਕਾਂਗੇ। ਕਹਿੰਦੇ ਨਹੀਂ ਨਹੀਂ, ਜੇ ਤੁਹਾਡੀ ਪਤਨੀ ਸਾਹਮਣੇ ਗੱਲ ਹੋ ਗਈ ਨਾ, ਨੁਕਸਾਨ ਹੋ ਜਾਏਗਾ। ਜਦੋਂ ਬੜਾ ਪਿਆਰ ਵਿਖਾਇਆ, ਜੈ ਰਾਮ ਜੀ ਸੁਭਾਵਕ ਸੀ, ਪ੍ਰਭਾਵਿਤ ਹੋ ਗਏ। ਕਹਿੰਦੇ ਕਿੱਥੇ ਚੱਲੀਏ? ਕਹਿੰਦਾ ਮੇਰੇ ਘਰ ਆ ਜਾਓ। ਆਪਣੇ ਘਰ ਲੈ ਗਿਆ, ਬਿਠਾਇਆ, ਗੱਲਾਂ ਬਾਤਾਂ ਕੀਤੀਆਂ, ਜਲ ਪਾਣੀ ਛਕਾਇਆ। ਜੈ ਰਾਮ ਕਹਿੰਦੇ ਗੱਲ ਕੀ ਹੈ? ਕਹਿੰਦਾ ਜੀ ਪਰਦੇ ਨਾਲ ਸੁਣਿਓ, ਸਿਰਫ ਮੈਂ ਤੁਹਾਨੂੰ ਦੱਸਣ ਲੱਗਿਆ। ਜੇ ਤੁਸੀਂ ਵਕਤ ਰਹਿੰਦੇ ਆ ਇਸ ਗੱਲ ਤੇ ਕਾਬੂ ਨਾ ਪਾਇਆ, ਤੁਹਾਡੇ ਪੱਲੇ ਕੱਖ ਨਹੀਂ ਰਹਿਣਾ। ਦੁਤੀ ਕਰੀ ਜਰਾਮ ਪੈ, ਸਦਨ ਵਿਕੰਤ ਵਸਾਈ। ਆਪਣੇ ਘਰ ਇਕੱਲਿਆਂ ਬਿਠਾ ਕਰਕੇ ਚੁਗਲੀ ਕਰਨ ਲੱਗ ਪਏ। ਨਿੰਦਿਆ ਕੀ ਹੈ? ਨਿੰਦਿਆ ਕਹਿੰਦੇ ਸਾੜੇ ਨੂੰ, ਕਿਸੇ ਦੀ ਮਹਿਮਾ ਬਰਦਾਸ਼ਤ ਨਾ ਹੋਵੇ। ਤੇ ਚੁਗਲੀ ਕੀ ਹੈ? ਕਿਸੇ ਦਾ ਚੰਗਾ ਭਲਾ ਕੰਮ ਚੱਲਦਾ ਲੱਤ ਫਸਾ ਕੇ ਖਰਾਬ ਕਰ। ਦੋਨੇ ਡਿਫਰੈਂਟ ਨੇ। ਇਸ ਚੁਗਲਖੋਰ ਨੇ ਜੈ ਰਾਮ ਜੀ ਨੂੰ ਕੋਲ ਬਿਠਾ ਕੇ ਇੰਨਾ ਡਰਾਤਾ, ਕਹਿੰਦੇ ਉਠਾ ਕੇ ਕਹਿੰਦੇ ਜੇ ਇਹ ਵਕਤ ਨਾ ਸੰਭਾਲਿਆ, ਤੁਹਾਡੀ ਨੌਕਰੀ ਵੀ ਜਾਏਗੀ, ਸਰਕਾਰੀ ਹੈ, ਨਵਾਬ ਦੌਲਤ ਖਾਨ ਕੋਲੇ। ਸੁਲਤਾਨਪੁਰ ਲੋਧੀ ਵਿੱਚ ਤੁਸੀਂ ਮੂੰਹ ਨਹੀਂ ਵਿਖਾ ਸਕਦੇ, ਬਰਬਾਦ ਹੋ ਜਾਓਗੇ, ਬਹੁਤ ਵੱਡਾ ਘਾਟਾ ਪਏਗਾ। ਜੈ ਰਾਮ ਜੀ ਕਹਿੰਦੇ ਸੁਭਾਵਿਕ ਡਰ ਗਏ, ਹੱਥ ਜੋੜ ਕੇ ਕਹਿੰਦੇ ਸੱਜਣਾ, ਮੈਨੂੰ ਪਤਾ ਤੂੰ ਮੇਰਾ ਹਮਦਰਦ ਹੈ, ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਹੀ ਦੱਸਣਾ ਹੈ। ਨਿੰਦਕ ਦੀ ਪਹਿਚਾਣ ਹੋਏਗੀ, ਤੁਹਾਨੂੰ ਕੋਲ ਆ ਕੇ ਤੁਹਾਡਾ ਆਪਣਾ ਬਣ ਕੇ ਆਖੇਗਾ ਮੈਂ ਤੇ ਯਾਰ ਆ ਤੇਰਾ, ਜੇ ਮੈਂ ਨਾ ਦੱਸਿਆ ਦੱਸੂ ਕੌਣ? ਫਸ ਗਿਆ ਇਨਸਾਨ, ਫਸ ਜਾਂਦਾ। ਜਦੋਂ ਜੈ ਰਾਮ ਹੱਥ ਜੋੜ ਕੇ ਬਹਿ ਗਏ, ਕਹਿੰਦੇ ਦੱਸ। ਕਹਿੰਦੇ ਆਪਣਾ ਰਿਸ਼ਤੇਦਾਰ ਸਮਝਾ ਲੈ, ਦਿਨ 4 ਦੀ ਗੱਲ ਹੈ, ਉਹਨੇ ਤੇ ਲੱਭਣਾ ਕੀ, ਰਹਿਣਾ ਤੇਰਾ ਵੀ ਕੱਖ ਨਹੀਂ। ਅਕਲ ਛੰਦ ਇਹ ਸੋਦਰ ਤੁਮ ਸਮਝਾਓ, ਧਨ ਬਿਰਥਾ ਨਾਹੀ ਲੁਟਾਓ। ਹੁਣ ਗੱਲ ਕੀ ਸੀ? ਅਸਲ ਗੱਲ ਹੈ ਬੜੀ ਛੋਟੀ ਹੈ, ਪਰ ਉਹਦੀ ਪੇਸ਼ਕਾਰੀ ਬੜੀ ਬਾਕਮਾਲ ਹੈ। ਨਿੰਦਿਆ ਕਰਨ ਵਾਲਿਆਂ ਦੀ ਪੇਸ਼ਕਾਰੀ ਤੋਂ ਬੰਦਾ ਹੈਰਾਨ ਜਾਂਦਾ ਹੈ, ਦਿਮਾਗ ਤੇ ਸਟ੍ਰੈਸ ਹੋ ਜਾਂਦਾ ਹੈ ਸੁਣ ਕੇ ਗੱਲ, ਪਤਾ ਨਹੀਂ ਕਿੰਨਾ ਨੁਕਸਾਨ ਹੁੰਦਾ। ਕਹਿੰਦੇ ਆਪਣੀ ਪਤਨੀ ਦੇ ਭਰਾ ਨੂੰ ਸਮਝਾ, ਉਹ ਉਜੜਿਆ ਅੱਜ ਵੀ ਹੈ, ਉਜੜੇਗਾ ਕੱਲ ਵੀ। ਜਿੰਨਾ ਨੁਕਸਾਨ ਤੂੰ ਸੋਚ ਵੀ ਨਹੀਂ ਸਕਦਾ, ਉਹਨੇ ਤੇਰਾ ਕਰ ਦਿੱਤਾ। ਦੇਖੋ ਗੱਲ ਬਣਾ ਕੇ ਕੀਤੀ ਜਾ ਰਹੀ ਹੈ, ਨੁਕਸਾਨ ਕਰ ਦਿੱਤਾ। ਤੇ ਜਿਹਦਾ ਹੋ ਗਿਆ ਜਾਂ ਨਹੀਂ ਵੀ ਹੋਇਆ, ਜਿਹਨੇ ਸੁਣਿਆ ਉਹ ਤੇ ਕੀ ਬੀਤਦੀ ਹੋਊਗੀ ਵੀ ਉਹ ਜਿਹਾ ਕਿਹੜਾ ਨੁਕਸਾਨ ਹੋ ਗਿਆ ਜਿਹੜਾ ਮੈਨੂੰ ਹੀ ਨਹੀਂ ਪਤਾ। ਕਹਿੰਦੇ ਇੰਨਾ ਨੁਕਸਾਨ ਤੇਰਾ ਕਰ ਦਿੱਤਾ, ਨਵਾਬ ਦੌਲਤ ਖਾਨ ਨੇ ਉਹਨੂੰ ਤੇ ਰੱਖਣਾ ਨਹੀਂ, ਨੌਕਰੀ ਤੇ ਤੁਹਾਨੂੰ ਵੀ ਕੱਢਣਾ। ਆਖੋ ਸਤਿਨਾਮ।
मैं उठों ही आया नवाब को। जयराम सुन के कम गए, ये की हो गया? क्योंकि उस बंदे की गल करन दा जिहड़ा तरीका सी ना, ਉਹਦੇ ਇੰਨਾ ਪ੍ਰਭਾਵ ਪਾਤਾ ਵਕਤੀ ਤੌਰ ਤੇ ਹਰ ਚੁਗਲਖੋਰ ਦੀ ਗੱਲ ਦਾ ਪ੍ਰਭਾਵ ਪੈਂਦਾ ਹੀ ਪੈਂਦਾ। ਬੰਦਾ ਰਾਤਾਂ ਨੂੰ ਸੌਂਦਾ ਨਹੀਂ। ਇਸੇ ਕਰਕੇ ਸਿਆਣਿਆਂ ਲਿਖਿਆ, ਜੇਕਰ ਕੱਚੇ ਕੋਠਿਆਂ ਨੂੰ ਲਿਪੀਏ ਤਾਂ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਚੁਗਲਖੋਰ ਨਾ ਚੁਗਲੀਓਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਲੱਖ ਯਤਨ ਕਰੋ, ਲੱਖ ਮਨ ਨੂੰ ਸਮਝਾਵੇ ਚੁਗਲਖੋਰ, ਜਦ ਗੱਲ ਕਹਿਣ ਤੇ ਆਇਆ ਨਾ ਹਲਕਾ ਜਿਹਾ ਮੂੰਹ ਕਰਕੇ ਕਹਿ ਜਾਂਦਾ ਹੈ। ਉਹਦਾ ਤੇ ਕੁਛ ਨਹੀਂ ਨਾ ਗਿਆ। ਜੈਰਾਮ ਸਿਰ ਤੋਂ ਪੈਰਾਂ ਤੱਕ ਕੰਬਣ ਲੱਗ ਪਏ ਵੀ ਨਵਾਬ ਦੌਲਤ ਖਾਨ ਤੱਕ ਗੱਲ ਚਲੇਗੀ। ਰਾਜਾ ਹੈ, ਰਾਜੇ ਦੇ ਦਰਬਾਰ 'ਚ ਗੱਲ ਚੱਲ ਜੇ, ਕੋਰਟ ਕਚਹਿਰੀ ਚੱਲ ਜੇ, ਪਿੱਛੇ ਰਹਿ ਕੀ ਜਾਂਦਾ ਹੈ? ਕਹਿੰਦੇ ਉਹਨੇ ਉਜਾੜਾ ਸ਼ੁਰੂ ਕਰਤਾ, ਹਿਸਾਬ ਕਿਤਾਬ ਦੇ ਉਹਦੇ ਥੱਲੇ ਆਉਣਾ ਹੋਵੇ। ਮੈਂ ਅੰਦਰੋਂ ਸੁਣ ਕੇ ਆਇਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੋਦੀ ਖਾਨਾ ਉਜੜਨ ਤੇ ਲਾਇਆ ਹੋਇਆ, ਨਿਲਾਮੀ ਤੇ ਲਾਇਆ। ਉਹ ਕੀ ਰਿਹਾ ਜੀ? ਰੰਗਤ ਕੀ ਦਿੱਤੀ ਗਈ ਹੈ? ਕਰਦੇ ਨੇ ਦਾਨ, ਵੰਡਦੇ ਨੇ ਲੋਕਾਂ ਨੂੰ, ਤੇ ਜਿਹਦਾ ਢਿੱਡ ਪੀੜ ਹੁੰਦਾ ਉਹ ਕਹਿੰਦਾ ਉਜਾੜ ਕੇ ਰੱਖਦਾ। ਜੈਰਾਮ ਕਹਿੰਦੇ ਫਿਰ ਮੈਨੂੰ ਕੀ ਕਰਨਾ ਪੈਂਦਾ? ਵਕਤੀ ਤੌਰ ਤੇ ਪ੍ਰਭਾਵ ਆ, ਡਰ ਜਾਂਦਾ ਬੰਦਾ। ਕਹਿੰਦੇ ਉਹਨੂੰ ਚੁੱਪਚਾਪ ਇੱਥੋਂ ਹਟਾ, ਪਿੰਡ ਭੇਜ ਦੇ। ਜਿੱਥੋਂ ਆਇਆ ਉਹਨੂੰ ਉੱਥੇ ਤੋੜ ਦੇ। ਮਨ ਜਾਣ ਭਲੇ ਮਮ ਬੈਨਾ, ਮਨ ਤਨਕ ਤਾਹੀ ਕੀ ਭੈਨਾ। ਵੇਖੋ ਨਾਨਕ ਜੀ ਦੇ ਮਨ ਵਿੱਚ ਤੇ ਰੰਚਕ ਮਾਤਰ ਕਿਸੇ ਦਾ ਡਰ ਨਹੀਂ। ਉਹ ਨਹੀਂ ਡਰਦੇ ਕਿਸੇ ਤੋਂ। ਮੰਨਣਾ ਨਾ ਮੰਨਣਾ ਸੱਜਣਾ ਤੇਰੀ ਮਰਜ਼ੀ ਹੈ, ਮੇਰਾ ਤੇ ਫਰਜ਼ ਸੀ ਤੈਨੂੰ ਦੱਸਣਾ। ਆਖੋ ਸਤਿਨਾਮ। ਮੇਰਾ ਫਰਜ਼ ਸੀ ਟੋਆ ਪਟਣਾ, ਪਾਣੀ ਸੁੱਟਣਾ, ਵਿੱਚ ਡਿੱਗਣਾ ਨਹੀਂ ਡਿੱਗਣਾ ਮਰਜ਼ੀ ਤੇਰੀ ਹੈ। ਆਪਸ਼ਨ ਦਿੰਦਾ ਹੁੰਦਾ ਚੁਗਲਖੋਰ ਵੀ ਮੈਂ ਤੈਨੂੰ ਦੱਸਦਾ, ਕਰਨਾ ਨਾ ਕਰਨਾ ਤੇਰੀ ਮਰਜ਼ੀ ਹੈ। ਪਰ ਜਿਹੜਾ ਪਿਆਰ ਵਾਲਾ ਹੋਏਗਾ ਉਹਨੇ ਪਤਾ ਕੀ ਕਹਿਣਾ, ਤੂੰ ਕਰਕੇ ਵਿਖਾਈ ਫਿਰ, ਏਦਾਂ ਨਾ ਕਰੀ, ਮੈਂ ਤੇਰੇ ਨਾਲ ਆ। ਪਰ ਚੁਗਲਖੋਰ ਦੀ ਨਿਸ਼ਾਨੀ ਉਹ ਆਪਸ਼ਨ ਦੇਗਾ ਹਮੇਸ਼ਾ, ਕਰੀ ਨਾ ਕਰੀ। ਜੈਰਾਮ ਜੀ ਦੇ ਸਾਹਮਣੇ ਉਹਨੇ ਖੂਹਾ ਪੱਟਤਾ। ਕਹਿੰਦਾ ਨਾਨਕ ਜੀ ਨੂੰ ਇੱਥੋਂ ਕੱਢ, ਭਾਵ ਗੁਰੂ ਸਾਹਿਬ ਇੱਥੋਂ ਜਾਣਗੇ ਤੇ ਮੋਦੀ ਖਾਨਾ ਬੰਦ। ਜਿਹੜੀ ਸਿਫਤ ਹੁੰਦੀ ਸੀ, ਮਹਿਮਾ ਹੁੰਦੀ ਸੀ, ਬੰਦ। ਜਿਹੜੇ ਲੋਕ ਉਹਨਾਂ ਨੂੰ ਰੱਬ ਕਹਿੰਦੇ ਨੇ, ਮੂੰਹ ਤੇ ਤਾਲੇ ਲੱਗ ਜਾਣਗੇ ਨਾ, ਕਹਿਣਗੇ ਭੱਜ ਗਿਆ ਮੋਦੀ ਖਾਨਾ ਛੱਡ ਕੇ। ਇਹੀ ਚਾਹੁੰਦੇ ਆ ਨਾ ਉਹ ਵੀ ਮੋਦੀ ਆਪਣਾ ਮੋਦੀ ਖਾਨਾ ਛੱਡ ਕੇ ਆਪ ਦੌੜੇ। ਇਹ ਰਾਜਨੀਤੀ ਹੈ। ਬੰਦਾ ਆਪ ਹੀ ਹੱਥ ਜੋੜ ਕੇ ਕਹਿੰਦੇ ਜੀ ਮੇਰੇ ਵੱਸ ਦਾ ਕੰਮ ਨਹੀਂ, ਮੈਂ ਛੱਡੇਗਾ। ਜੈਰਾਮ ਕਹਿੰਦੇ ਕੀ ਕਰਨਾ ਪੈਣਾ? ਕਹਿੰਦੇ ਆਪ ਹਟਾ ਜਾ ਕੇ, ਇਹ ਤੇਰੇ ਘਰ ਦਾ ਮਾਮਲਾ ਹੈ, ਅਸੀਂ ਵਿੱਚ ਨਹੀਂ ਆ ਸਕਦੇ। ਜੇ ਘਰ ਦਾ ਮਾਮਲਾ ਸੀ ਫਿਰ ਦੱਸਣ ਦੀ ਲੋੜ ਕੀ ਸੀ? ਫਿਰ ਘਰ ਕਿਉਂ ਲੈ ਕੇ ਆਏ? ਫਸਾਦ ਕਿਉਂ ਪਾਏ ਨੇ? ਪਰ ਉਸ ਚੁਗਲਖੋਰ ਨੇ, ਉਸ ਪਿਸਮ ਨੇ, ਕਹਿੰਦੇ ਜਿਹੜੀ ਗੱਲ ਕਹਿਣੀ ਸੀ ਜੈਰਾਮ ਜੀ ਨੂੰ ਕਹਿ ਦਿੱਤੀ। ਅੱਗੋਂ ਫਿਰ ਉਹ ਵਿਚਾਰਗੀ ਦੀਆਂ ਗੱਲਾਂ ਕਰਦਾ, ਭੁੱਲੀਆਂ ਜੀ। ਕਹਿੰਦਾ ਮੈਨੂੰ ਬਹੁਤ ਦੁੱਖ ਹੈ, ਤੁਹਾਡੀ ਜੱਦੀ ਪੁਸ਼ਤੀ ਇੱਜ਼ਤ ਬਣੀ ਹੋਈ ਹੈ, ਨਵਾਬ ਦੇ ਨਾਲ ਤੁਹਾਡੇ ਖਾਨਦਾਨ ਦਾ ਉੱਠਣਾ ਬੈਠਣਾ ਹੈ। ਬਹੁਤ ਦੇਤ ਫਕੀਰਨ ਦਰਬਾਰ, ਨਿਤ ਖੋਤ ਤੁਰਕ ਕਰ ਸਰਬਾ। ਜੈਰਾਮ ਪੁੱਛਦੇ ਕਹਿੰਦੇ ਆਖਰਕਾਰ ਨਾਨਕ ਜੀ ਨੇ ਐਸਾ ਕੀ ਕਰ ਦਿੱਤਾ? ਇਹ ਵੀ ਤੇ ਦੱਸੋ ਨਾ ਵੀ ਜਿਹੜਾ ਮੈਂ ਮੋਦੀ ਖਾਨਾ ਬੰਦ ਕਰਾਵਾਂ ਜਾ ਕੇ। ਕਹਿੰਦੀ ਅੱਗੇ ਤਾਂ ਉਹ ਦਾਨ ਕਰਦਾ ਸੀ, ਅੱਗੇ ਲੋਕਾਂ ਨੂੰ ਭੋਜਨ ਦਿੰਦਾ ਸੀ, ਕੱਪੜੇ ਦਿੰਦਾ ਸੀ। ਹੁਣ ਤੇ ਤੇਰੇ ਰਿਸ਼ਤੇਦਾਰ ਨੇ ਲੋਕਾਂ ਨੂੰ ਪੈਸੇ ਵੰਡਣੇ ਸ਼ੁਰੂ ਕਰਤੇ। ਜੇ ਕੋਈ ਲੋੜਵੰਦ ਆ ਕੇ ਉਹਦੇ ਦਰਵਾਜ਼ੇ ਤੇ ਕਹਿੰਦਾ ਮੈਨੂੰ ਮਾਇਆ ਚਾਹੀਦੀ, ਤਿਜੋਰੀ ਖੋਲਦਾ, ਮੁੱਠ ਭਰ ਕੇ ਦੇ ਦਿੰਦਾ ਮਾਇਆ ਦੀ। ਕਹਿੰਦਾ ਰਹਿਣਾ ਜੈਰਾਮ ਇਹ ਦੱਸ ਰਾਜਗੀਰ ਹੈ ਮੁਸਲਮਾਨ ਵਾਲੇ ਦਾ? ਕਹਿੰਦੇ ਹਾਂ। ਤੇ ਜੇ ਉਸ ਨਵਾਬ ਦੇ ਖਜ਼ਾਨੇ ਨੂੰ ਨਾਨਕ ਜੀ ਖੋਰਾ ਲਾਉਣਗੇ, ਉਹਨੂੰ ਘਾਟਾ ਪਾਉਣਗੇ, ਦੱਸੋ ਬਖਸ਼ੇਗਾ ਤੁਹਾਨੂੰ? ਤੁਸੀਂ ਸਨਾਤਨ ਮਤ ਨਾਲ ਜੁੜੇ ਹੋ, ਤੁਹਾਡਾ ਧਰਮ ਹਿੰਦੂ ਹੈ, ਉਹ ਮੁਸਲਮਾਨ ਹੈ। ਰੱਬ ਸਬੰਧੀ ਤੁਹਾਡੀ ਉਹਦੇ ਨਾਲ ਸਾਂਝ ਪਈ ਹੋਈ ਹੈ। ਜਿਸ ਦਿਨ ਤੁਹਾਡੇ ਰਿਸ਼ਤੇਦਾਰ ਨੇ ਘਾਟਾ ਪਾ ਦੇਣਾ, ਘਾਟਾ ਵੀ ਵੱਡੇ ਪੱਧਰ ਤੇ, ਨਵਾਬ ਕੀ ਕਹੇਗਾ ਤੁਹਾਨੂੰ? ਕੀ ਬਣੇਗਾ ਤੁਹਾਡਾ? ਜਦੋਂ ਕਿ ਇਹ ਗੱਲ ਸੁਣੀ ਨਾ ਜੈਰਾਮ ਜੀ ਦੇ ਦਿਲ ਨੂੰ ਲੱਗੀ ਵੀ ਗੱਲ ਤੇ ਠੀਕ ਹੈ।
ਜੇ ਗੁਰੂ ਨਾਨਕ ਸਾਹਿਬ ਸੱਚਮੁੱਚ ਹੀ ਦੌਲਤ ਵੰਡਣ ਲੱਗ ਗਏ, ਪੈਸਾ ਵੰਡਣ ਲੱਗ ਗਏ, ਮੋਦੀਖਾਨਾ ਤੇ ਤਾਂ ਖੋਲਿਆ ਸੀ ਸਰਕਾਰ ਨੇ ਵੀ ਲੋਕਾਂ ਦੇ ਕਾਰਜ ਰਾਸ ਆ ਜਾਣ ਤੇ ਸਾਡਾ ਵੀ ਚੱਲਦਾ ਰਹੇ ਸਭ। ਇਹ ਤਾਂ ਨਹੀਂ ਕਿਹਾ ਵੀ ਸਰਕਾਰੀ ਰਾਸ਼ਨ ਨੂੰ 2 ਨੰਬਰ ਦੇ ਵਿੱਚ ਮੁਫਤ ਵੰਡੀ ਚੱਲੋ, ਜਿਹੜੇ 4 ਪੈਸੇ ਆਏ ਉਹ ਵੀ ਛੱਡੀ ਜਾਓ। ਚੁਗਲਖੋਰ ਨੇ ਗੱਲ ਘੁਮਾ ਫਿਰਾ ਕੇ ਇਸ ਤਰੀਕੇ ਨਾਲ ਕੀਤੀ, ਮਨ ਤੇ ਅਸਰ ਪਾ ਦਿੱਤਾ ਏ। ਤੁਮ ਖੋਏ ਤੁਰਕ ਕੀ ਜਾਨੋ, ਦੁਖ ਦਾਨੀ ਅਮਲ ਪਛਾਨੋ। ਕਹਿੰਦੇ ਇਸ ਦੌਲਤ ਖਾਨ ਨਵਾਬ ਦਾ ਸੁਭਾਅ ਬੜੇ ਗੁੱਸੇ ਵਾਲਾ ਹੈ, ਬੜਾ ਗਹਿਮਾ ਗਹਿਮੀ ਵਾਲਾ ਹੈ। ਜਿੱਦਣ ਉਹਨੂੰ ਘਾਟਾ ਪੈ ਗਿਆ ਉਹਨੇ ਨਹੀਂ ਵੇਖਣਾ ਤੁਹਾਡੀ ਨੌਕਰੀ ਕਿੰਨੀ ਪੁਰਾਣੀ ਹੈ, ਤੁਹਾਡੀ ਇੱਜ਼ਤ ਕੀ ਹੈ, ਤੁਹਾਡਾ ਸਤਿਕਾਰ ਕੀ ਹੈ। ਮਾਇਆ ਨੂੰ ਪਿਆਰ ਕਰਨ ਵਾਲੇ ਬੰਦੇ ਕਿਸੇ ਰਿਸ਼ਤੇ ਨੂੰ ਪਿਆਰ ਨਹੀਂ ਕਰਦੇ। ਇਹ ਵਿਸਥਾਰ ਕਰ ਰਿਹਾ ਚੁਗਲਖੋਰ। ਹੈ ਕਿੱਥੋਂ ਹੈ? ਸਾਥੀ ਹੈ, ਨੇੜੇ ਰਹਿੰਦਾ ਸੀ। ਤੇ ਇਹੋ ਜਿਹੇ ਸਾਥੀਆਂ ਦਾ ਕੀ ਕਰਨਾ ਜਿਹੜੇ ਘਰ ਪੱਟਦੇ ਹੋਣ ਲੱਗ। ਸਾਡਾ ਨਾਮ ਆਪਣਾ ਵੀ ਦਿਮਾਗ ਚਾਹੀਦਾ ਹੈ। ਦੁਨੀਆ ਤੇ ਬੜਾ ਕੁਝ ਕਹਿੰਦੀ ਆ ਕੇ ਸੁਣੋ ਨਾ ਕਿਸੇ ਦੀ, ਆਪਣੇ ਦਿਲ ਦੀ ਕਰੋ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹਦੇ ਮੁਤਾਬਕ ਚੱਲੋ। ਵਕਤ ਆਉਂਦਾ ਇੱਕ ਇਨਸਾਫ ਹੋ ਜਾਂਦਾ ਹੈ। ਪਰ ਕਹਿੰਦੇ ਇਸ ਚੁਗਲਖੋਰ ਨੇ ਅੱਜ ਉਹ ਕੰਮ ਕਰਕੇ ਰੱਖਤਾ, ਇਹਦਾ ਅਸਰ ਵੇਖਿਓ ਨਤੀਜਾ ਕਿੱਥੇ ਜਾਂਦਾ। ਜੈਰਾਮ ਜੀ ਦੀ ਅੱਖਾਂ ਭਰ ਆਈਆਂ, ਹੰਝੂ ਆ ਕੇ ਘਬਰਾ ਗਏ ਵੀ ਦੌਲਤ ਖਾਨ ਨਵਾਬ ਨਾਲ ਮੇਰੀ ਵਿਗੜ ਜਾਏਗੀ। ਇਹ ਸੋਚ ਕੇ ਵੀ ਡਰ ਲੱਗਦਾ ਨਾ। ਹੁਣ ਜਿੱਥੇ ਕਿਸੇ ਦੀ ਬਣਦੀ ਹੁੰਦੀ ਹੈ, ਜਦ ਕਿਤੇ ਖਾਬ ਆ ਜੇ ਨਾ ਸੁਪਨਾ ਵੀ ਸਾਡੇ ਚ ਵੈਰ ਪੈ ਜਾਊਗਾ। ਅੱਜ ਇੰਨੀ ਨੇੜਤ ਹੈ, ਕੱਲ ਇੰਨੀ ਦੂਰੀ ਹੋਏਗੀ, ਸੋਚ ਕੇ ਕੰਮ ਜਾਂਦਾ ਬੰਦਾ। ਚੁਗਲਖੋਰ ਨੇ ਵੇਖਿਆ ਪਿਲਾ ਵੀ ਇਹਨੇ ਜਾਣ ਸਾਰ ਮੋਦੀ ਨੂੰ ਮੋਦੀਖਾਨੇ ਚੋਂ ਕੱਢ ਦੇਣਾ। ਅੰਦਰੋਂ ਖੁਸ਼ ਹੈ, ਉੱਤੋਂ ਦੁੱਖ ਭਰਿਆ ਨੂੰ ਬਣਾਉਂਦਾ ਏ। ਪੈਮਾਨ ਭਇਓ ਜੈ ਰਾਮਾ, ਉਠ ਤੂਰਨ ਗਮਨਿਓ ਧਾਮਾ। ਜੈਰਾਮ ਜੀ ਇੰਨੇ ਡਰ ਗਏ, ਕਹਿੰਦੇ ਬੁੱਲ ਸੁੱਕ ਗਏ। ਕਹਿੰਦੇ ਚੰਗਾ ਭਰਾ ਧੰਨਵਾਦ ਤੇਰਾ, ਮੈਂ ਚੱਲਿਆ। ਕਹਿੰਦਾ ਨਹੀਂ ਬਹਿ ਜਾ ਰੋਟੀ ਖਾ ਕੇ। ਕਹਿੰਦਾ ਨਾ ਰੋਟੀ ਸੁੱਜਦੀ ਹੈ। ਉਹਨੇ ਜਿਹੜਾ ਕੰਮ ਕਰਨਾ ਸੀ, ਚੁਆਤੀ ਲਾਣੀ ਸੀ, ਲਾ ਦਿੱਤੀ। ਆਪ ਵਿਹਲੇ ਆ। ਚੁਗਲਖੋਰ ਨੂੰ ਕੀ ਫਰਕ ਹੈ, ਉਹਦਾ ਤੇ ਧੰਦਾ ਹੁੰਦਾ ਹੈ, ਕੰਮ ਹੁੰਦਾ ਹੈ। ਕਹਿੰਦੇ 4 ਗੱਲਾਂ ਕਹਿ ਕੇ ਕਹਿੰਦਾ ਬਾਕੀ ਤੁਸੀਂ ਆਪ ਆਪਣੀ ਪੜ੍ਹੀ ਵਿਚਾਰ ਲਿਓ, ਆਪ ਵੇਖ ਲਿਓ ਕਰਨਾ ਕੀ ਹੈ, ਪਰ ਮੇਰਾ ਨਾਂ ਨਾ ਲਿਓ। ਆਖੋ ਸਤਿਨਾਮ। ਆ ਨਿਸ਼ਾਨੀ ਹੈ। ਚੁਗਲਖੋਰ ਚੁਗਲੀ ਕਰਕੇ ਕਹੇਗਾ ਮੇਰਾ ਨਾਂ ਨਹੀਂ ਲੈਣਾ। ਕਿਉਂ? ਮੈਂ ਉੱਥੇ ਵੀ ਚੰਗਾ ਬਣ ਕੇ ਰਹਾਂ, ਇੱਥੇ ਵੀ। ਨਵਾਬ ਦੌਲਤ ਖਾਨ ਦੇ ਕੋਲ ਵੀ ਮੇਰਾ ਜ਼ਿਕਰ ਨਾ ਕਰੇ, ਉੱਤੇ ਗੁਰੂ ਨਾਨਕ ਸਾਹਿਬ ਕੋਲ ਵੀ ਨਾ ਕਰੇ। ਕਹਿੰਦੇ ਚੰਗਾ ਭਾਈ, ਮੈਂ ਕੋਸ਼ਿਸ਼ ਕਰਦਾ। ਤੁਰੇ ਆਏ, ਬਸ ਤੋਤੇ ਉੱਡ ਗਏ ਸਾਰੇ। ਚਿੰਤਾ ਹੀ ਚਿੰਤਾ ਪਈ ਹੋਈ ਹੈ ਵੀ ਲੈ ਕੇ ਵੀ ਸਤਿਗੁਰਾਂ ਨੂੰ ਮੈਂ ਆਇਆ, ਕਿਹੜੇ ਮੂੰਹ ਨਾਲ ਕਹਾਂ ਵੀ ਛੱਡ ਕੇ ਚੱਲ ਜਾਓ। ਸੋਚਣ ਵਾਲੀ ਗੱਲ ਹੈ ਜੀ। ਜੈਰਾਮ ਖੁਦ ਲੈ ਕੇ ਆਏ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਮੇਵਾਰੀ ਲਈ ਹੋਈ ਹੈ। ਕੀ ਰਾਏ ਬੁਲਾਰ ਜੀ ਨੂੰ ਆਖਣਗੇ ਕਿ ਮੈਂ ਗੁਰੂ ਸਾਹਿਬ ਨੂੰ ਕਿਉਂ ਨਹੀਂ ਰੱਖਣਾ ਚਾਹੁੰਦਾ? ਘਰੇ ਆਏ, ਆ ਕੇ ਬਹਿ ਗਏ, ਪਸੀਨਾ ਹੀ ਪਸੀਨਾ ਚਿਹਰੇ ਤੇ ਆਇਆ। ਗੁੱਸਾ ਨਹੀਂ ਆ ਰਿਹਾ, ਡਰ ਹੈ ਮਨ ਚ, ਖੌਫ। ਜਦੋਂ ਨਾਨਕੀ ਜੀ ਨੇ ਵੇਖਿਆ ਵੀ ਮੇਰੇ ਪਤੀ ਦੇ ਮਨ ਵਿੱਚ ਕੋਈ ਗੱਲ ਚੱਲ ਰਹੀ ਹੈ, ਦੁਖੀ ਨੇ, ਕਿਤੇ ਦਫ਼ਤਰ ਵਿੱਚ ਤੇ ਨਹੀਂ ਕੁਝ ਹੋਇਆ, ਨਵਾਬ ਦੇ ਨਾਲ ਤਾਂ ਨਹੀਂ ਕੋਈ ਖਟਪਟ ਹੋ ਗਈ। ਉਹਨਾਂ ਪਾਣੀ ਦਿੱਤਾ, ਇਹਨਾਂ ਪਾਣੀ ਵੀ ਨਾ ਪੀਤਾ, ਚੁੱਪ ਚੁਪੀਤੇ ਬੈਠੇ, ਕਾਫੀ ਦੇਰ ਸੋਚਦੇ ਰਹੇ। ਕਹਿ ਬੋਲੀ ਆਰਜ ਤਨੀਆਂ, ਬਹੁ ਲੋਕਨ ਤੀ ਮੈਂ ਸੁਣੀਆਂ। ਬਸ ਥੋੜੀ ਦੇਰ ਬਾਅਦ ਆਖਣ ਲੱਗੇ ਨਾਨਕੀ ਜੀ, ਅੱਗੇ ਤੇ ਮੈਂ 1-2 ਤੋਂ ਸੁਣਦਾ ਸੀ, ਹੁਣ ਬੜਿਆਂ ਤੋਂ ਸੁਣਿਆ। ਲੋਕਾਂ ਦੀਆਂ ਗੱਲਾਂ ਕੰਨਾਂ ਵਿੱਚ ਜ਼ਹਿਰ ਘੋਲਦੀਆਂ ਨੇ, ਰਿਸ਼ਤਿਆਂ 'ਚ ਜ਼ਹਿਰ ਫੈਲਾ ਦਿੰਦੀਆਂ ਨੇ। ਪਤੀ ਪਤਨੀ ਬੈਠੇ ਆ, ਗੱਲ ਚੱਲੀ ਹੈ। ਉਹ ਕਹਿੰਦੇ ਕੀ ਹੋਇਆ? ਕਹਿੰਦੇ ਹੁਣ ਮੈਥੋਂ ਨਹੀਂ ਕਰਿਆ ਜਾਂਦਾ, ਮੈਥੋਂ ਨਹੀਂ ਸੁਣਿਆ ਜਾਂਦਾ। ਹਰ ਬੰਦਾ ਨਾਨਕ ਦੇ ਖਿਲਾਫ ਬੋਲਦਾ ਹੈ, ਹਰ ਇਨਸਾਨ ਕਹਿੰਦਾ ਹੈ ਉਹਨੇ ਲੁੱਟਿਆ ਜਾਣਾ ਏ। ਧਨ ਖਰਚਤ ਨਾਨਕ ਐਸੇ, ਵਡ ਭੂਪਤ ਹੋਵਤ ਜੈਸੇ। ਬੋਲੇ ਥੋੜਾ ਉੱਚਾ, ਗੁੱਸੇ ਚ ਨੇ, ਡਰ ਵਿੱਚ ਸੀ। ਕਹਿੰਦੇ ਨਾਨਕ ਤੇ ਧਨ ਏਦਾਂ ਖਰਚਦੇ ਨੇ ਜਿਵੇਂ ਕੋਈ ਰਾਜਾ ਹੋਵੇ, ਰਾਜ ਭਾਗ ਦਾ ਮਾਲਕ ਹੋਵੇ। ਓਏ ਉਹਨੂੰ ਮੋਦੀਖਾਨਾ ਸੰਭਾਇਆ, ਉਹਨੂੰ ਕਿਸੇ ਨੇ ਬਾਦਸ਼ਾਹ ਨਹੀਂ ਬਣਾਇਆ। ਉੱਚਾ ਬੋਲੇ ਕਰੇ, ਕਿਉਂਕਿ ਹਰ ਘਰ ਵਿੱਚ ਹਰ ਵਿਅਕਤੀ ਸ਼ੇਰ ਹੁੰਦਾ, ਆਪਣੇ ਬੋਲਦਾ ਉੱਚਾ।
सोचदा शायद मेरे उच्चे बोलियां तो डर जाणगे, पर सियाणा कौन है जिहड़ा नीवें बोलां नूं रखदा ते गल सूझवानी नहीं करदा। ते जयराम क्यों उच्चा बोल पे जी? ये किसी दी चक है, बगाने ख्याल ने, बगानियां गल्लां सी जिहड़ियां कन्नां च घोड़ियां दिल दिमाग ते घर कर गईयां। अपनी पत्नी दे सामने उच्चा बोल के आखदे ने, कहंदे कोई ओ राजा नहीं लग्या किते जिहड़ा दिन रात पैसे वंडदा लोक। नानकी जी सुनते रहे, कहा कुछ ना भी जेड़े आप मिन्नतां कर कर गुरु साहब नूं बुलाउंदे आ, जेड़े रोज कहंदे तू मैनूं रब लगदा, तेरे चों रब दिसदा है, अज की हो गया? उन्हां सुनना चाहया भी अगली गल तो पता लगू गल होई की है। जो गल पूरी सुनांगे फिर पता लगदा है। अधूरी गल अधूरा ज्ञान सदा ही दुखदाई। आखो सतनाम। जब कोई गल सुणाउंदा सुनो, जब कोई माड़ा चंगा कहता सारी गल सुनो भी आखिरकार इहदे पिछे मेन गल की है, कारण की है। जो जयराम जी बोलण लगे, नानकी जी कोले बह गए, सुनी गए। कल तक पिता दियां सुनियां ने, अज पति दियां सुन रहे हैं। धन है जिहड़ा सुननी पैंदियां ने, सुनाई कोई ना। वो बड़ा कुछ बोले, कहंदे लै हुण मोदी खाना उजड़िया। लै उजड़िया शब्द वरतिया उन्होंने, बंद होया नहीं गया। इस मोदी खाने विच कबूतर बोलणगे, उते रठौर बनया फिरदा है, राजा बनया बैठा है, किन्नियां नूं मोदी खाना उजाड़ेगा। पहदीत कहे नारियाई, ज्यों जल सर हिरदे खर लाई। कहंदे उहनूं डर ही नहीं किसे दा। जयराम आख रहे ने, कहंदे उठनी बैठनी नवाब दौलत खान नाल मेरी है, तेरे वीर करके मेरी उठनी बैठनी भी खराब होएगी। गुस्सा इत्थे दा कलेश आ गया ना। आया किथों है? किसी भी घर दा। लड़ाई किसे दी सी, ढिड पीड़ किसे दी सी, ते ओ दर्द किसे होर नूं वंड गया। आखो सतनाम। ओ ते सुखी है ना, जिहड़ा काम वो आप करना चाहुंदा सी चुगलखोर, तो ते नहीं होया, घर च कलेश पाता, लड़ी चलो। जयराम कहंदे तेरा वीर इत्थे नहीं रहना चाहिए। सोच सकते हो देता होया होगा। क्यों बोले? चक बगानी है। जो बगानियां गल्लां दिल दिमाग ते घर कर दियां ने, कोई बंदा तो ये भी नहीं सोचता मैं कर की रहा, जो मैं करदा इहदा मैनूं नुकसान ते नहीं है कोई। नहीं, वो कहंदा मैनूं किसे ने दस्सिया, परां हो जा हुण तूं, मैं मारिया आ कर दियां आ कर दियां। नानकी जी सुणदे रहे। सतगुरां दे भैण जी बहुत ठरमे वाले ने, बड़े ठंडे दिमाग दे ने। उन्हां सारा कुछ सुनिया। जयराम कहंदे मैं नहीं रहण देंगे इत्थे, तेरे वीर दी बदौलत साडे खानदान दी मिट्टी इत्थे रुल जानी है। अब करूं कौन मैं काज, रह आवह ये बिद लाज। दूक बचन उच्चे बोले, आखिरकार मन भरिया आ रो के। जब बंदा रो पे ना जी गल बन जाती है, गुबार निकल जाता अंदर का, गुस्सा रिलीज हो जाता है, मन हल्का हो जाता है। नानकी जी ने रोकिया नहीं। पुराने समय के जिहड़े लोग सी ना, जब कोई रोंदा सी उहनूं चुप नहीं सी कराउंदे। दुनिया रोंदे नूं क्यों रवाउंदी आ? भी इहदे दिल दा गुबार निकल जे। ते जिहड़े चुप कराउंदे आ, बंदा ना हुब हुब के रोंदा ते अंदर रोग रख लैंदा। जयराम जी रोए खुल के। रोण तो बाद मन हल्का करके कहंदे भगवान ने एक गल दस, आपां इहो जिहा की करिए साडी इज्जत रह जे। आखो सतनाम। हुण ते मसला इज्जत दा बन गया, लोक गल्लां करन लगे, पर प्रभाव पिया होया जी। सोचिया जाए लोकां दा की, लोक ते जम्मे ही गल्लां करनगे। ये ते अपने घर दियां करी जांदे, अपने धी पोतां दियां करी जांदे, आपां की मामे लगदे इन्हां दे, आपां की लगदे आ। चिंता ना करो, जिहने गालां कढणियां कढो, माड़ा कहना कहो, बड़ा सारा दिल बना के करो भी असीं ते इहो जिहियां कह लो। पर जयराम जी कित्थे सोच रहे ने? वो कहते मेरी रिश्तेदारी करके मेरी नौकरी ना चली जाए, मेरे खानदान की मिट्टी ना रुल जाए। हुण ते जना खना मुंह चक के कह दिंदा है मोदी खाना उजड़न वाला है, 4 दिनां दी चांदनी है। चिंत दिद भयो ने मंगना, कहो पोत जतन है लगना। जो नानकी जी ने कोई जवाब ना दिता। ਇਹੋ ਜਿਹੇ ਸਮੇਂ ਕੀ ਹੁੰਦਾ, ਜਦ ਇੱਕ ਬੰਦਾ ਗੁੱਸੇ ਵਿੱਚ ਭਾਂਬੜ ਹੋਵੇ
ਸਿਆਣੇ ਲੋਕ ਕਦੇ ਵੀ ਸਾਹਮਣੇ ਨਹੀਂ ਬੋਲਦੇ, ਚੁੱਪ ਵੱਟ ਕੇ ਰੱਖਦੇ। ਕਹਿੰਦੇ ਬੇਗ ਆ ਇਹ ਲਹਿਰਾਂ ਨੇ ਗੁੱਸੇ ਦੀਆਂ ਆਈਆਂ ਨੇ, ਲੰਘ ਜਾਣਗੀਆਂ। ਲਹਿਰ ਸਮੁੰਦਰ ਦੀ ਚੜ੍ਹ ਕੇ ਆਉਂਦੀ, ਜਦੋਂ ਕਿਨਾਰੇ ਨਾਲ ਟਕਰਾਉਂਦੀ ਫਿਰ ਕੀ ਬਣਦਾ ਹੁੰਦਾ? ਖਤਮ। ਪਰ ਜੇ ਦੋਨੇ ਪਾਸੇ ਲਹਿਰਾਂ ਟੱਕਰ ਜਾਣ ਫਿਰ ਕੀ ਹੋਊਗਾ? ਜਵਾਰ ਭਾਟੇ ਆ ਜਾਂਦੇ। ਚੁੱਪ ਰਹੇ। ਥੋੜੀ ਦੇਰ ਬਾਅਦ ਗੁੱਸਾ ਗਾਸਾ ਜਿਹਾ ਕੱਢ ਕੇ ਬੋਲਣ ਲੱਗੇ। ਕਹਿੰਦੇ ਸੁਣੋ, ਮੈਨੂੰ ਕੋਈ ਤਰੀਕਾ ਦੱਸੋ, ਮੇਰੀ ਤੇ ਜ਼ਿੰਦਗੀ ਦੀ ਬੇੜੀ ਚਿੰਤਾ ਦੇ ਸਮੁੰਦਰ ਚ ਹੈ, ਇੱਕ ਪਾਰ ਲਾਓ। ਜਦ ਉਹਨਾਂ ਨੇ ਸਲਾਹ ਮੰਗੀ, ਫਿਰ ਪਤਨੀ ਸਲਾਹ ਦੇਣ ਲੱਗੀ ਹੈ, ਕਦੇ ਵੀ ਬਿਨਾਂ ਵਜ੍ਹਾ ਤੋਂ, ਬਿਨਾਂ ਮੰਗਿਆ ਕਿਸੇ ਨੂੰ ਸਲਾਹ ਨਾ ਦਿਓ। ਜਿੱਦਣ ਬਿਨਾਂ ਵਜ੍ਹਾ ਕਿਸੇ ਨੂੰ ਐਡਵਾਈਸ ਕਰੋਗੇ ਨਾ, ਇੱਜ਼ਤ ਗਵਾ ਬੈਠੋਗੇ। ਆਖੋ ਸਤਿਨਾਮ। ਰੈਪੂਟੇਸ਼ਨ ਡਾਊਨ ਹੋ ਜਾਊਗੀ, ਸਨਮਾਨ ਘਟ ਜਾਊਗਾ, ਲੋਕਾਂ ਦੀਆਂ ਨਜ਼ਰਾਂ ਵਿੱਚ ਹਲਕੇ ਹੋ ਜਾਓਗੇ। ਇੰਨੇ ਖਾਸ ਜ਼ਿੰਦਗੀ ਵਿੱਚ ਬਣ ਜਾਓ, ਲੋਕੀ ਤੁਹਾਡੇ ਤੋਂ ਸਲਾਹ 10 ਵਾਰ ਮੰਗਣ ਤੇ ਇੱਕ ਵਾਰ ਦਿਓ। ਸਾਡਾ ਤੇ ਪੰਜਾਬ ਹੈ ਚੜ੍ਹਦੀ ਕਲਾ, ਇੱਥੇ ਤੇ ਮੇਰੇ ਵਰਗੇ ਨੂੰ ਮਾੜਾ ਜਿਹਾ ਬੁਖਾਰ ਚੜਿਆ ਵੀ 20 ਦੱਸਦੇ ਵੀ ਗਲੋਬਲ ਪੀਆ ਕਰ, ਫਲਾਣੀ ਗੋਲੀ ਲੈ ਲਾ, ਫਲਾਣੀ ਆਯੁਰਵੇਦ ਦੀ ਦਵਾਈ ਆਈ ਹੈ, ਨਾ ਭਾਈ ਸਲਾਹ ਨਾ ਦਿਓ ਕਿਸੇ ਨੂੰ। ਡਾਕਟਰ ਨੇ ਉਹਨਾਂ ਕੋਲ ਲੋਕ ਕਿਉਂ ਜਾਂਦੇ ਆ? ਉਹਨਾਂ ਡਿਗਰੀਆਂ ਕੀਤੀਆਂ, ਤੁਸੀਂ 500 ਦੀ ਪਰਚੀ ਕਢਾ ਕੇ ਵੀ ਖੁਸ਼ ਹੋ। ਕਹਿੰਦੇ ਲੈ ਡਾਕਟਰ ਬੜਾ ਵਧੀਆ ਹੈ, ਅਗਲਾ ਘੱਟ ਬੋਲਦਾ ਹੈ, ਟੀਕਾ ਲਾਉਂਦਾ ਚੱਜ ਨਾਲ, ਤੁਸੀਂ ਫੇਰ ਖੁਸ਼ ਹੋ। ਜਦ ਮੁਫਤ ਸਲਾਹ ਕਿਸੇ ਨੂੰ ਦਓਗੇ ਨਾ, ਕਿਸੇ ਨੇ ਨਹੀਂ ਪੁੱਛਣਾ। ਲੋਕੀ ਕਹਿੰਦੇ ਯਾਰ ਐਵੇਂ ਮਗਜ ਮਾਰਦਾ ਰਹਿੰਦਾ, ਇਹਦੇ ਕੋਲ ਬੈਠਿਆ ਫਾਲਤੂ ਬੋਲਦਾ। ਜਦੋਂ ਕਹਿੰਦੇ ਉਹਨਾਂ ਨੇ ਪੁੱਛਿਆ ਤਾਂ ਬੋਲੇ ਆ, ਕਹਿੰਦੇ ਤੁਹਾਨੂੰ ਕੀ ਲੱਗਦਾ ਹੈ ਜੋ ਤੁਸੀਂ ਸੋਚ ਰਹੇ ਹੋ ਪਤੀ ਦੇਵ, ਜੋ ਬੋਲ ਰਹੇ ਹੋ ਕਿ ਮੇਰਾ ਵੀਰ ਸੱਚਮੁੱਚ ਐਸਾ ਹੀ ਹੈ? ਕੀ ਬਾਤ ਹੈ। ਇਹ ਹੈ ਗੱਲ। ਜੇ ਉਹ ਆਪਣੇ ਵੀਰ ਦੀਆਂ ਸਾਧੀਆਂ ਭਰਨ ਲੱਗ ਪਈ, ਲੜਾਈਆਂ ਕਿੱਥੋਂ ਹੁੰਦੀਆਂ ਨੇ? ਔਰਤ ਆਪਣੇ ਘਰੇ ਭਾਵੇਂ 200 ਦਾ ਸੂਟ ਲੈ ਕੇ ਆਈ ਹੋਵੇ ਪੇਕਿਆਂ ਨੂੰ, ਉਹਨੇ 2500 ਦਾ ਕਹਿ ਕੇ ਸੁਣਾਉਣਾ ਪਤੀ ਨੂੰ ਵੀ ਤੇਰੇ ਨੰਗਾ ਦੇ ਘਰੇ ਕੀ ਸੀ, ਸਾਡੇ ਵਾਲੇ ਨੇ ਤਿਆਰ ਕਰਤਾ। ਖੁਦ ਸਾਡਾ ਨਾਮ ਤੁਹਾਡਾ ਇੱਥੇ ਸ਼ੁਰੂ ਹੁੰਦਾ ਹੈ। ਆਪਣਿਆਂ ਦੀਆਂ ਗੱਲਾਂ ਵੱਡੀਆਂ ਕਹਿ ਕੇ ਭਰਾ ਆਇਆ 4 ਚੀਜ਼ਾਂ ਲੈ ਆਇਆ, ਉਹਨੂੰ 2 ਸਾਲ ਤੱਕ ਨਹੀਂ ਸੁਣਾਉਣਾ ਹਟਣਾ। ਜੇ ਕਿਤੇ ਉਹ ਪਿੰਨੀਆਂ ਲੈ ਆਇਆ ਨਾ ਖੋਏ ਦੀਆਂ 2 ਕਿਲੋ ਲੈ ਆਇਆ ਹੋਣਾ, ਜਦ ਤੱਕ 25 ਕਿਲੋ ਨਹੀਂ ਬਣ ਗਈਆਂ ਉਦੋਂ ਤੱਕ ਹੀ ਆਖੀ ਕਿ ਮੇਰਾ ਵੀਰ ਆਹ ਕਰ ਗਿਆ, ਮੇਰਾ ਵੀਰ ਆਹ ਲੈ ਕੇ ਆਇਆ। ਅਗਲਾ ਕਹਿੰਦਾ ਯਾਰ ਸਾਡੀ ਇੱਜ਼ਤ ਨਹੀਂ ਬਣੀ। ਆਹ ਕਲੇਸ਼ ਦੇ ਕਾਰਨ ਨੇ ਘਰਾਂ 'ਚ ਛੋਟੀਆਂ ਗੱਲਾਂ। ਨਾਨਕੀ ਜੀ ਨੇ ਕੋਈ ਗੱਲ ਨਾ ਕੀਤੀ, ਆਪਣੇ ਵੀਰ ਦਾ ਪੱਖ ਨਹੀਂ ਭੁੱਲੇ। ਕਹਿੰਦੇ ਤੁਸੀਂ ਦੱਸੋ ਨਾਨਕ ਜੀ ਦੇ ਬਾਰੇ ਤੁਹਾਡਾ ਦਿਲ ਕੀ ਕਹਿੰਦਾ ਹੈ? ਸਿੱਖ ਲਈਏ ਇਹ ਗੱਲਾਂ। ਜੋ ਇਤਿਹਾਸ ਆ ਨਾ, ਸਾਨੂੰ ਨਿੱਤ ਦੀ ਰੂਟੀਨ ਦੀ ਜ਼ਿੰਦਗੀ ਜਿਉਣੀ ਸਿਖਾਉਂਦਾ ਹੈ। ਜਦੋਂ ਅਸੀਂ ਏਦਾਂ ਦੇ ਹੋਣ ਲੱਗ ਜਾਵਾਂਗੇ ਨਾ, ਵੇਖਿਓ ਜੀ ਕਲੇਸ਼ ਖਤਮ ਹੋਣੇ ਸ਼ੁਰੂ ਹੋ ਜਾਣੇ, ਦਿਲ ਵੱਡੇ ਹੋ ਜਾਣਗੇ, ਬੇਪਰਵਾਹੀ ਦੀ ਜ਼ਿੰਦਗੀ ਹੋਏਗੀ। ਇੱਕੋ ਹੀ ਬਚਨ ਆਖਿਆ, ਕਹਿੰਦੇ ਤੁਸੀਂ ਆਪ ਦੱਸ ਦਿਓ, ਜੇ ਤੁਹਾਨੂੰ ਲੱਗਦਾ ਵੀ ਨਾਨਕ ਜੀ ਠੀਕ ਨਹੀਂ ਕਰਦੇ ਤੇ ਹਟਾ ਕੇ ਪਰਾਂ ਮਾਰੋ। ਜੇ ਤੁਹਾਨੂੰ ਲੱਗਦਾ ਹੈ ਵੀ ਉਹ ਸਹੀ ਨੇ, ਲੋਕ ਗਲਤ ਬੋਲਦੇ ਆ, ਫਿਰ ਤੁਸੀਂ ਆਪ ਹੀ ਸੋਚੋ। ਸੁਣ ਭਨੇ ਨਾਨਕੀ ਬਚਨਾ, ਮਨ ਤਵ ਜੋ ਸੰਸੈ ਖਚਨਾ। ਜਦੋਂ ਕਹਿੰਦੇ ਜੈ ਰਾਮ ਨੇ ਸੁਣਿਆ, ਸੁਣ ਕੇ ਜਵਾਬ ਨਾ ਦਿੱਤਾ ਗਿਆ। ਕਿਵੇਂ ਕਹਿਣਾ ਵਾਲਾ? ਜਿਨ੍ਹਾਂ ਨੂੰ ਬੇਨਤੀਆਂ ਕਰ ਕੇ ਲੈ ਕੇ ਆਏ ਨੇ, ਜਿਨ੍ਹਾਂ ਨੂੰ ਇਹ ਆਖਿਆ ਮੇਰਾ ਰੱਬ ਹੈ, ਮੇਰਾ ਪਿਆਰਾ ਪ੍ਰੀਤਮ ਸੱਜਣ ਹੈ, ਕਿਹੜੀ ਜ਼ੁਬਾਨੋਂ ਕਿਹਾ ਜਾਵੇ ਆ ਜੋ ਚੰਗਾ ਨਹੀਂ ਹੈ? ਕੋਈ ਲਟਾਉਣ ਲੱਗਿਆ ਹੋਇਆ। ਕਹਿੰਦੇ ਠੰਡਾ ਜਿਹਾ ਸਾਹ ਲਿਆ, ਹੋਕਾ ਭਰਿਆ, ਸਮਝ ਆ ਗਈ ਨਾ, ਗੁੱਸਾ ਟਲ ਗਿਆ। ਨਾਨਕੀ ਜੀ ਨੇ ਕੋਈ ਵਚਨ ਆਖਿਆ, ਕਹਿੰਦੇ ਮੇਰੇ ਵੀਰ ਦਾ ਖੋਟ ਦੱਸੋ, ਕਮਜ਼ੋਰੀ ਦੱਸੋ, ਪੱਖ ਨਹੀਂ ਪੂਰਨਾ ਵੀ ਜੇ ਭਰਾ ਗਲਤ ਵੀ ਹੈ ਤੇ ਹਾਂ ਤੂੰ ਕਿਵੇਂ ਮੇਰੇ ਭਰਾ ਨੂੰ ਏਦਾਂ ਬੋਲਦਾ। ਅੱਧ ਤੋਂ ਵੱਧ ਤੇ ਲੜਾਈਆਂ ਘਰਾਂ 'ਚ ਏਦਾਂ ਨੇ ਵੀ ਤੂੰ ਮੇਰੇ ਪੇਕਿਆਂ ਨੂੰ ਮਾੜਾ ਕਹਿੰਦਾ, ਲੱਗਦਾ ਕੀ ਹੈ? ਬਾਈ ਤੋਂ ਡਾਂਗ ਡੇਰਾ ਸ਼ੁਰੂ ਹੋ ਜਾਂਦਾ। ਪਰ ਜਿਹੜਾ ਸਿਆਣਾ ਨਾ ਉਹਨੂੰ ਪਤਾ ਹੈ ਵੀ ਗੱਲ ਲੌਜ਼ਿਕ ਨਾਲ ਕੀਤੀ ਜਾਏ, ਤਰਕ ਨਾਲ ਕੀਤੀ ਜਾਏ, ਗੱਲਾਂ 'ਚ ਗੱਲ ਵੀ ਕੁਛ ਨਹੀਂ। ਕਹਿੰਦੇ ਜੇ ਤੇ ਤੁਹਾਨੂੰ ਨਾਨਕ ਜੀ ਲੱਗਦੇ ਆ ਵੀ ਉਹ ਮੋਦੀ ਖਾਨਾ ਲੁਟਾ ਰਹੇ ਆ, ਬਹਿ ਕੇ ਸਮਝਾ ਲਓ, ਨਹੀਂ ਸਮਝਾ ਸਕਦੇ ਹੱਥ ਜੋੜ ਕੇ ਕਹਿ ਦਿਓ ਵੀਰ ਮੇਰਾ ਚਲਿਆ ਜਾਏਗਾ। ਜਦੋਂ ਕਹਿੰਦੇ ਜਾਣ ਦੀ ਗੱਲ ਕੀਤੀ, ਜੈ ਰਾਮ ਜੀ ਦੀ ਮੱਤ ਖੁੱਲ ਗਈ ਨਾ ਦੀ ਨਾਲ। ਵੇਖੀ ਮਨਾ ਕੋਈ ਗਲਤੀ ਨਾ ਹੋ ਜਾਏ, ਆਖੋ ਸਤਿਨਾਮ। ਗਲਤੀ ਨਾ ਹੋ ਜਾਏ। ਤੁਸੀਂ ਆਪਣੇ ਦਿਲ ਨੂੰ ਪੁੱਛੋ ਵੀ ਜੋ ਤੁਹਾਨੂੰ ਕਿਸੇ ਨੇ ਕਿਹਾ, ਨਾਨਕੀ ਜੀ ਨੂੰ ਤੇ ਕਿਸੇ ਨੇ ਨਹੀਂ ਦੱਸਿਆ ਵੀ ਇਹਨਾਂ ਨੂੰ ਕਿਸੇ ਨੇ ਕੀ ਕਿਹਾ। ਉਹਨਾਂ ਨੇ ਗੱਲਾਂ 'ਚ ਹੀ ਭਾਵ ਲਿਆ ਵੀ ਦੁਖੀ ਕਿਉਂ ਨੇ, ਪਰੇਸ਼ਾਨ ਕਿਉਂ ਨੇ। ਲੋਕਾਂ ਦੀਆਂ ਪਰੇਸ਼ਾਨੀਆਂ ਜਦੋਂ ਘਰੇ ਲਿਆਉਣ ਲੱਗ ਗਏ ਫਿਰ ਸੁਖੀ ਕਿੱਥੇ ਹੋਵਾਂਗੇ? ਘਰ ਦੀਆਂ ਪਰੇਸ਼ਾਨੀਆਂ ਲੋਕਾਂ ਨੂੰ ਦਿਓ,
ਲੋਕਾਂ ਦੀਆਂ ਟੈਨਸ਼ਨਾਂ ਆਪ ਨਾ ਲਓ। ਆਖੋ ਸਤਿਨਾਮ। ਇਹ ਅੱਜ ਦੇ ਸਮੇਂ 'ਚ ਜ਼ਿੰਦਗੀ ਜਿਉਣ ਦਾ ਤਰੀਕਾ ਏ। ਜਿਸ ਵੇਲੇ ਇਹ ਬਚਨ ਉਹਨਾਂ ਨੇ ਕਹਿ ਦਿੱਤੇ, ਜੈ ਰਾਮ ਜੀ ਉੱਠੇ, ਵਿਹੜੇ 'ਚ ਟਹਿਲੇ, ਸੋਚਦੇ ਆ ਵੀ ਨਾਨਕ ਜੀ ਤੇ ਲਾਲਚ ਵੀ ਨਹੀਂ ਕਰਦੇ, ਖੋਦੇ ਵੀ ਨਹੀਂ ਕਿਸੇ, ਮੰਗਦੇ ਵੀ ਨਹੀਂ, ਪਰ ਲੋਕ ਮੈਨੂੰ ਐਵੇਂ ਕਿਉਂ ਸਤਾਉਂਦੇ ਨੇ। ਕਰ ਬਾਤ ਉਹ ਚਿਤ ਚਿਤ ਭਾਈ, ਜਿਉ ਭਰਮ ਭੂਰ ਮਿਟ ਜਾਈ। ਤੇ ਫਿਰ ਨਾਨਕੀ ਜੀ ਆਖਣ ਲੱਗੇ, ਤੁਹਾਡੇ ਮਨ ਵਿੱਚ ਭਰਮ ਪਿਆ ਹੋਇਆ, ਭਰਮ। ਭਰਮੀ ਤੇ ਦੁੱਖ ਹੈ, ਭਰਮੀ ਤੇ ਦੁੱਖ ਦਿੰਦਾ। ਸ਼ੱਕ ਤੇ ਸ਼ੰਕਾ, ਦੋ ਚੀਜ਼ਾਂ ਹੀ ਜ਼ਿੰਦਗੀ ਬਰਬਾਦ ਕਰਨ ਨੂੰ ਕਾਫੀ ਨੇ। ਉਹਨਾਂ ਸਪਸ਼ਟ ਹੀ ਕਹਿਤਾ, ਤੁਸੀਂ ਭਰਮ 'ਚ ਜੀ ਰਹੇ ਹੋ। ਲੈ ਇੱਥੇ ਕਿਸੇ ਨੂੰ ਕਹਿ ਦੋ ਤੂੰ ਭਰਮ 'ਚ, ਅਗਲਾ ਡਾਂਗ ਚੁੱਕ ਲਾ ਤਾਂ ਤੈਨੂੰ ਜ਼ਿਆਦਾ ਅਕਲ ਹੈ। ਮੈਨੂੰ ਏਦਾਂ ਕਿਵੇਂ ਕਿਹਾ ਤੂੰ? ਉਹ ਭਰਮ ਵਾਲੀ ਗੱਲ ਸਾਈਡ ਰਹਿ ਗਈ, ਹੁਣ ਤੇਰੀ ਮੇਰੀ ਲੜਾਈ ਹੋ ਗਈ। ਕਈ ਵਾਰ ਨਾ ਆਪਣੇ ਘਰਾਂ 'ਚ ਲੜਾਈਆਂ ਹੁੰਦੀਆਂ, ਲੜਾਈ ਕਿਸੇ ਗੱਲ ਤੋਂ ਹੋਈ ਹੁੰਦੀ ਹੈ, ਉਹ ਮੁੱਦਾ ਜਾਂ ਬਿਲਕੁਲ ਛੋਟਾ ਹੁੰਦਾ ਹੈ, ਤੇ ਹੁਣ ਲੜਾਈ ਕਿਸੇ ਹੋਰ ਚੱਕਰ 'ਚ, ਬਾਅਦ 'ਚ ਦੋਨੇ ਭੁੱਲ ਜਾਂਦੇ ਪਤੀ ਪਤਨੀ ਵੀ ਆਪਾਂ ਲੜੇ ਕਿਉਂ ਸੀ, ਕਿਹੜੀ ਗੱਲ ਤੋਂ ਲੜੇ ਸੀ। ਹੁਣ ਜਦ ਇੱਥੇ ਗੱਲ ਚੱਲੀ ਨਾ, ਉਹਨਾਂ ਸਪਸ਼ਟ ਹੀ ਕਹਿਤਾ, ਭਰਮ 'ਚ ਨਾ ਪਾਓ। ਭਰਮ ਕੀ ਹੈ? ਜੋ ਸੱਚ ਨਹੀਂ ਹੈ, ਜੋ ਦਿਸਦਾ ਹੈ ਉਹ ਹੈ ਨਹੀਂ, ਜੋ ਹੈ ਉਹ ਦਿਸ ਨਹੀਂ ਰਿਹਾ। ਪਤੀ ਜੀ ਤੁਸੀਂ ਭਰਮ ਦੇ ਵਿੱਚ ਆ ਗਏ ਹੋ, ਇਹਨੂੰ ਕੱਟ ਕੇ ਵੇਖ ਲਵੋ। ਪ੍ਰਤੀਤ ਨ ਆਈ ਤੁਮਕੋ, ਕਿਆ ਮਸਲਤ ਬੂਝਤ ਹਮਕੋ। ਕਹਿੰਦੇ ਫਿਰ ਮੈਨੂੰ ਕੀ ਪੁੱਛਦੇ ਹੋ? ਜਦ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਤੇ ਪ੍ਰਤੀਤ ਨਹੀਂ, ਭਰੋਸਾ ਨਹੀਂ, ਤੇ ਮੇਰੇ ਦਲਾਸੇ ਦਿੱਤਿਆਂ ਵੀ ਫਿਰ ਹੋ ਕੀ ਜਾਣਾ। ਆਖੋ ਸਤਿਨਾਮ। ਸਮਝ ਰਹੇ ਹੋ ਜੀ ਗੱਲ ਕਿੱਡੀ ਡੂੰਘੀ ਜਾ ਰਹੀ ਹੈ। ਉਹ ਕਹਿੰਦੇ ਮੈਂ ਸਫਾਈ ਤਾਂ ਦਵਾਂ ਜੇ ਤੁਹਾਨੂੰ ਭਰੋਸਾ ਹੋਵੇ। ਜਦ ਤੁਹਾਨੂੰ ਮੇਰੇ ਵੀਰ ਤੇ ਇਤਬਾਰ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਵਿਸ਼ਵਾਸ ਤੇ ਉਸ ਤੀਜੇ ਬੰਦੇ ਤੇ ਹੋਣਾ ਜਿਹਨੇ ਤੁਹਾਡੇ ਕੰਨ ਭਰੇਗਾ, ਤੇ ਫਿਰ ਮੇਰੀਆਂ ਸਫਾਈਆਂ ਉੱਥੇ ਕਰਨੀਆਂ ਆਵੇਗੀ। ਮੈਂ ਕਹਾ ਮੇਰਾ ਵੀਰ ਚੰਗਾ, ਉਹ ਰੱਬ ਹੈ, ਤੁਹਾਡੇ ਦਿਲ 'ਚ ਤੇ ਉਹੀ ਗੱਲ ਘਰ ਘਰ ਹੀ ਬੈਠੀ ਵੀ ਉਹਨੇ ਕਿਹਾ ਤਾਂ ਉਹ ਸੱਚ ਹੈ। ਕਹਿੰਦੇ ਜਦ ਤੁਹਾਨੂੰ ਵਿਸ਼ਵਾਸ ਹੈ ਤੇ ਮੈਂ ਗੱਲ ਕਰਾਂ, ਜੇ ਤੁਹਾਨੂੰ ਇਤਬਾਰ ਹੀ ਨਹੀਂ ਗੁਰੂ ਨਾਨਕ ਸਾਹਿਬ ਤੇ, ਗੱਲ ਕਰਕੇ ਸਮਾਂ ਬਰਬਾਦ ਕਰਨ ਦਾ ਕੋਈ ਲਾਭ ਹੋਣਾ ਨਹੀਂ। ਤੁਮ ਜਾਣਤ ਭਰਾਤ ਵਡਾਈ, ਨਿਤ ਦੇਤ ਮੁਝੇ ਸਮਝਾਈ। ਫਿਰ ਉਹਨਾਂ ਪਤਾ ਕਿੰਨੇ ਸੋਹਣੇ ਐਂਗਲ ਤੋਂ ਗੱਲ ਕੀਤੀ। ਇਹਨੂੰ ਕਹਿੰਦੇ ਸਿਆਣਪ, ਇਹ ਹੁੰਦੀ ਸੂਝਵਾਨਤਾ। ਪਤੀ ਜੀ ਤੁਸੀਂ ਮੈਨੂੰ ਆਪ ਹੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਬਹੁਤ ਵੱਡੀ ਹੈ, ਤੁਸੀਂ ਕਹਿੰਦੇ ਸੀ ਨਾ। ਮੈਂ ਕਈ ਵਾਰ ਸੋਚ ਲੈਂਦੀ ਸੀ ਚੱਲ ਮੇਰੇ ਵੀਰ ਬਾਰੇ ਆਪਾਂ ਇਦਾਂ ਨਾ ਕਰੀਏ। ਮੈਂ ਕਿਹਾ ਸੀ ਤੁਹਾਨੂੰ ਮੋਦੀ ਖਾਨੇ, ਤੁਸੀਂ ਕਿਹਾ ਸੀ? ਕਹਿੰਦਾ ਹਾਂ। ਤੁਸੀਂ ਮੈਨੂੰ ਭਰੋਸਾ ਕਰਵਾਉਣ ਵਾਲੇ ਫਿਰ ਆਪ ਕਿਉਂ ਡੋਲ ਗਏ? ਆਖੋ ਸਤਿਨਾਮ। ਤੁਸੀਂ ਮੈਨੂੰ ਜੋੜਿਆ, ਮੇਰਾ ਅਕੀਦਾ ਬਣਾਇਆ, ਮੇਰਾ ਭਰੋਸਾ ਬਣਾਇਆ, ਤੇ ਤੁਹਾਡਾ ਆਪਣਾ ਭਰੋਸੇ ਡਾਵਾ ਡੋਲ ਹੋ ਗਿਆ। ਕਹਿੰਦੀ ਇੰਨੀ ਵੱਡੀ ਜਦੋਂ ਉਹਨਾਂ ਨੇ ਗੱਲ ਕਹੀ, ਜੈ ਰਾਮ ਜੀ ਨੂੰ ਕਿਤੇ ਨਾ ਕਿਤੇ ਡੁੱਬਦਿਆਂ ਨੂੰ ਸੁੱਖ ਦਾ ਸਾਹ ਮਿਲਿਆ ਵੀ ਇੱਜ਼ਤ ਕਿਤੇ ਨਹੀਂ ਗਈ। ਆਖੋ ਸਤਿਨਾਮ। ਤੇ ਉਸ ਬੰਦੇ ਨੇ ਕਿਹੜੇ ਤਰੀਕੇ ਨਾਲ ਗੱਲ ਕੀਤੀ ਹੋਣੀ ਜਿਹਦੇ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਉਹਦੀ ਪਤਨੀ ਸਿਆਣੀ ਸੀ, ਮੌਕਾ ਸੰਭਾਲ ਲਿਆ। ਆਖਣ ਲੱਗੀ ਜੇ ਤੁਸੀਂ ਆਪ ਮੈਨੂੰ ਕਹਿੰਦੇ ਰਹੇ ਹੋ ਨਾਨਕ ਭਲੇ ਨੇ, ਇਹ ਚੰਗੇ ਨੇ, ਮੈਂ ਤੇ ਇੱਕ ਦਿਨ ਵੀ ਨਹੀਂ ਕਿਹਾ ਵੀ ਮੈਂ ਆਪਣੇ ਵੀਰ ਨੂੰ ਸੁਲਤਾਨਪੁਰ ਲੋਧੀ ਲੈ ਆਵਾਂ। ਤੁਸੀਂ ਲੈ ਕੇ ਆਏ, ਤੁਸੀਂ ਖੱਤ ਪਾਇਆ, ਤੁਸੀਂ ਰਾਏ ਬਰਾੜ ਨੂੰ ਮਿਲੇ, ਤੁਸੀਂ ਇਹਨਾਂ ਨੂੰ ਸਭ ਕੁਝ ਦਿੱਤਾ। ਅੱਜ ਤੁਸੀਂ ਹੀ ਕਹਿ ਰਹੇ ਹੋ ਠੀਕ ਨਹੀਂ। ਪਹਿਲਾਂ ਆਪਣੇ ਮਨ ਦਾ ਭਰਮ ਠੀਕ ਕਰੋ ਵੀ ਠੀਕ ਨਾਨਕ ਨਹੀਂ ਜਾਂ ਤੁਹਾਨੂੰ ਦੱਸਣ ਵਾਲਾ। ਆਖੋ ਸਤਿਨਾਮ। ਦੋਨਾਂ ਚੋਂ ਇੱਕ ਦਾ ਕਿਨਾਰਾ ਕਰੋ, ਇੱਕ ਦੀ ਗੱਲ ਤੇ ਯਕੀਨ ਕਰੋ। ਨਿਤ ਹਮਰੋ ਔਰ ਪਰਤੀਤੋ, ਨਹਿ ਡੋਲਤ ਕਬਹੂ ਚੀਤੋ। ਤੇ ਪੁੱਛਦੇ ਕਹਿੰਦੇ ਭਗਵਾਨ ਨੇ ਤੂੰ ਦੱਸ ਤੇਰਾ ਦਿਲ ਕੀ ਕਹਿੰਦਾ? ਜੈ ਰਾਮ ਪੁੱਛ ਰਹੇ ਆਪਣੀ ਪਤਨੀ, ਪਤਾ ਕੀ ਕਹਿਣ ਲੱਗੇ? ਕਹਿੰਦੇ ਮੈਨੂੰ ਕੱਲ ਵੀ ਭਰੋਸਾ ਸੀ, ਅੱਜ ਵੀ ਹੈ, ਸਦਾ ਰਹੇਗਾ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਨੇ ਚੰਗੇ ਪਤੀ ਦੀ ਨਿਸ਼ਾਨੀ ਕੀ ਹੈ? ਇੱਕੋ ਹੀ ਹੈ। ਦੁਨੀਆ ਦਾ ਕੋਈ ਵੀ ਕੰਮ ਹੋਏਗਾ, ਕੰਮ ਕਰਨ ਤੋਂ ਪਹਿਲਾਂ ਪਤਨੀ ਦੀ ਸਲਾਹ ਲਏਗਾ। ਭਾਵੇਂ ਸਲਾਹ ਆਵੇ ਉਹਨੂੰ ਦੇਣੀ, ਭਾਵੇਂ ਨਾ ਆਵੇ, ਗੱਲ ਕੀਤੀ ਉਹਨੇ। ਜਦੋਂ ਜੈ ਰਾਮ ਜੀ ਨੇ ਬਚਨ ਕੀਤਾ, ਨਾਨਕੀ ਜੀ ਨੇ ਕਹਿ ਦਿੱਤਾ ਨਾ, ਸੰਤੁਸ਼ਟੀ ਹੋਈ, ਖੁਸ਼ੀ ਹੋਈ ਸੁਣ ਕੇ। ਕਹਿੰਦੇ ਤੁਸੀਂ ਭਰੋਸਾ ਕਰੋ ਨਾ ਕਰੋ, ਮੈਨੂੰ ਕੱਲ ਵੀ ਸੀ, ਅੱਜ ਵੀ ਹੈ, ਸਦਾ ਰਹੇਗਾ। ਨਾ ਹੀ ਮੇਰਾ ਭਰੋਸਾ ਕਿਸੇ ਦੀਆਂ ਗੱਲਾਂ ਤੋੜ ਸਕਦੀਆਂ।
ਐਡਾ ਵੱਡਾ ਅਕੀਦਾ, ਐਡਾ ਵਿਸ਼ਵਾਸ ਮੈਨੂੰ ਆਪਣੇ ਵੀਰ ਦੇ ਹੈ। ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਸਰੂਪਾ। ਪਤੀ ਜੀ ਜਿਹਨੂੰ ਰੱਬ ਮੰਨ ਲਿਆ ਜਾਵੇ ਨਾ, ਰੱਬ ਕਹਿ ਦਿੱਤਾ ਜਾਏ, ਉਹ ਤੇ ਸੁਪਨੇ ਵਿੱਚ ਵੀ ਕਦੇ ਸ਼ੱਕ ਨਹੀਂ ਕਰੀਦਾ। ਆਖੋ ਸਤਿਨਾਮ। ਮੈਂ ਆਪਣੇ ਵੀਰ ਨੂੰ ਰੱਬ ਮੰਨਿਆ, ਪਰਮਾਤਮਾ ਮੰਨਿਆ, ਉਹ ਕਦੇ ਵੀ ਅਧੂਰਾ ਹੁੰਦਾ ਨਹੀਂ। ਭਵ ਮਾਇਆ ਵਰਤਤ ਸੋ ਸ੍ਰੀ ਨਾਨਕ ਕੀ ਸਭ ਸੋ। ਆ ਜਿੰਨੀ ਸੰਸਾਰ ਭਵ ਸਾਗਰ ਵਿੱਚ ਮਾਇਆ ਵਰਤਦੀ ਹੈ, ਗੁਰੂ ਨਾਨਕ ਸਾਹਿਬ ਦੀ ਤੇ ਵਰਤਾਈ ਹੋਈ ਹੈ। ਅੱਜ ਤੁਸੀਂ ਭਰਮ ਚ ਪਏ ਹੋਏ ਹੋ, ਕਿਸੇ ਦੀ ਗੱਲ ਸੁਣ ਕੇ ਆਏ ਹੋ, ਉਹ ਇਹ ਵੀ ਖੇਡ ਮੇਰੇ ਵੀਰ ਦੀ। ਆਖੋ ਸਤਿਨਾਮ। ਕਿੱਡੀ ਵੱਡੀ ਗੱਲ ਹੈ। ਇਹਨੂੰ ਕਹਿੰਦੇ ਬਾਜ ਦੀ ਪਕੜ। ਬਾਜ ਭਾਵੇਂ 4 ਕਿਲੋਮੀਟਰ ਉੱਚਾ ਅਸਮਾਨ ਚੜ੍ਹਦਾ ਹੋਵੇ, ਹਜ਼ਾਰਾਂ ਫੁੱਟਾਂ ਦੇ ਵੀ ਹੋਵੇ, ਉਹਨੂੰ ਧਰਤੀ ਤੇ ਪਿਆ ਚੂਹਾ ਵੀ ਦਿਸ ਜਾਂਦਾ ਕਿੱਧਰ ਜਾ ਰਿਹਾ ਹੈ, ਕਣਕਾਂ 'ਚ ਕਿੱਥੇ ਖੜਦਾ ਹੈ। ਉਹਦੀ ਉੱਚੀ ਆ ਨਾ ਉਡਾਰੀ, ਬਾਜ ਦੀ ਉਡਾਰੀ ਵੀ ਉੱਚੀ, ਉਹਦੀ ਨਜ਼ਰ ਵੀ ਤੇਜ਼ ਹੈ। ਹਰ ਗੱਲ ਨੂੰ ਇਸ ਤਰੀਕੇ ਨਾਲ ਕੈਪਚਰ ਕਰਨਾ ਚਾਹੀਦਾ। ਸੋਲਵ ਕਰਤੀ ਗੱਲ ਉਹਨਾਂ ਨੇ ਦੋ ਹੀ ਗੱਲਾਂ ਦੇ ਵਿੱਚ। ਕਹਿੰਦੇ ਚਿੰਤਾ ਨਾ ਕਰੋ, ਮੈਨੂੰ ਆਪਣੇ ਵੀਰ ਤੇ ਪੂਰਨ ਭਰੋਸਾ ਤੁਹਾਨੂੰ ਵੀ ਹੈ। ਜਦ ਖੇਡ ਹੀ ਉਹਨਾਂ ਨੇ ਵਰਤਾਈ ਹੋਈ ਆ ਤੇ ਅਸੀਂ ਡੋਲਣਾ ਕਿਉਂ ਹੈ? ਜਿਨ੍ਹਾਂ ਨੂੰ ਫਰਕ ਨਹੀਂ ਕੋਈ, ਜਿਨ੍ਹਾਂ ਨੂੰ ਫਿਕਰ ਨਹੀਂ ਕੋਈ, ਕਿਸੇ ਦਾ ਖੌਫ ਨਹੀਂ, ਉਹਨਾਂ ਨੂੰ ਡੁਲਾ ਕੌਣ ਸਕਦਾ ਏ। ਤੁਮ ਚਾਹਤ ਜੋ ਅਬ ਦੇਖਾ ਕਰ ਲੀਜੈ ਸਭ ਹੀ ਲਿਖਾ। ਜਦੋਂ ਜੈ ਰਾਮ ਜੀ ਨੂੰ ਦੁਬਦਾ ਦੇ ਵਿੱਚ ਵੇਖਿਆ ਤੇ ਨਾਨਕੀ ਜੀ ਨੇ ਇੱਕੋ ਗੱਲ ਕਹੀ, 100 ਦੀ ਇੱਕ ਸੁਣਾਈ। ਕਹਿੰਦੇ ਵੇਖੋ, ਸ਼ੱਕ ਕਰੋ ਨਾ ਕਰੋ, ਭਰਮ ਕਰੋ ਨਾ ਕਰੋ, ਪਰ ਮੈਂ ਕਹਿੰਦੀ ਆ ਮੇਰੇ ਵੀਰ ਦਾ ਸਵੇਰ ਹੁੰਦਿਆਂ ਹਿਸਾਬ ਕਿਤਾਬ ਕਰ ਦਿਓ। ਆਖੋ ਸਤਿਨਾਮ। ਲੋਕ ਇਹੀ ਕਹਿੰਦੇ ਆ ਵੀ ਜਿੱਦਾਂ ਹਿਸਾਬ ਕਿਤਾਬ ਹੋਊਗਾ ਮੋਦੀ ਭੱਜੂਗਾ, ਮੋਦੀ ਖਾਨਾ ਵਿੱਚੇ ਵਿੱਚ ਰਹਿ ਜਾਣਾ। ਕਹਿੰਦੇ ਹੁਣ ਮੈਂ ਕਹਿਣ ਲੱਗੀ ਤੁਹਾਨੂੰ, ਹਿਸਾਬ ਕਿਤਾਬ ਕਰ ਦਿਓ ਸਵੇਰੇ, ਜਿੰਨਾ ਵੀ ਰਹਿੰਦਾ ਇੱਕ ਪਾਸੇ ਕਰ ਦਿਓ। ਜੋ ਵਧੈ ਕਿਦੋਂ ਹੋਏ ਪੂਰਾ ਨਹਿ ਮਾਨੋ ਜੋ ਕਹੋ ਕੂਰਾ। ਲੋਕਾਂ ਦੀਆਂ ਨਾ ਸੁਣੋ, ਜਾਂ ਤੇ ਹਿਸਾਬ ਕਿਤਾਬ ਪੂਰਾ ਹੋਏਗਾ ਜਾਂ ਫਿਰ ਵਾਧਾ ਨਿਕਲ ਆਏਗਾ। ਜਦ ਵਾਧਾ ਤੁਹਾਡੇ ਸਾਹਮਣੇ ਆ ਗਿਆ ਤੇ ਫਿਰ ਸਮਝਿਓ ਜਿਹਨੇ ਵੀ ਤੁਹਾਨੂੰ ਭੜਕਾਇਆ, ਜਿਹਨੇ ਵੀ ਤੁਹਾਨੂੰ ਸਮਝਾਇਆ, ਉਹ ਝੂਠਾ ਸੀ। ਆਖੋ ਸਤਿਨਾਮ। ਤਾਂ ਹੀ ਯਕੀਨ ਹੋਣਾ ਨਾ ਗੱਲਾਂ 'ਚ, ਤੇ ਤੁਹਾਨੂੰ ਹੋਣਾ ਨਹੀਂ। ਸਪਸ਼ਟ ਕਹਿਤਾ ਭੈਣ ਜੀ ਗੁਰੂ ਨਾਨਕ ਸਾਹਿਬ ਜੀ। ਪਤੀ ਜੀ ਸਵੇਰ ਹੁੰਦਿਆਂ ਲੇਖਾ ਜੋਖਾ ਕਰਾ ਦਿਓ, ਕਿਉਂਕਿ ਹੁਣ 3 ਮਹੀਨਿਆਂ ਤੋਂ ਹਿਸਾਬ ਕਿਤਾਬ ਨਹੀਂ ਸੀ ਹੋਇਆ। ਚੁਗਲਾਂ ਨੂੰ ਮੌਕਾ ਮਿਲ ਗਿਆ ਸੀ, ਅੱਗੇ ਤੇ ਹਰ ਮਹੀਨੇ ਹੁੰਦਾ ਸੀ ਮੋਦੀਖਾਨੇ ਦਾ ਹਿਸਾਬ ਕਿਤਾਬ। ਜਿਉਂ ਗੁਰੂ ਸਾਹਿਬ ਨੇ ਕੰਮ ਵੱਡਾ ਕਰ ਦਿੱਤਾ, ਵੱਡਾ ਜਿਗਰਾ ਰੱਖ ਲਿਆ, ਸਮਾਨ ਵੱਧ ਜਾਣ ਲੱਗ ਪਿਆ, ਹਿਸਾਬ ਕਿਤਾਬ 3 ਮਹੀਨਿਆਂ ਤੇ ਆ ਗਿਆ। 3 ਮਹੀਨੇ ਬਾਅਦ ਹੋਇਆ ਕਰੇ, ਕਹਿੰਦੇ ਹੁਣ 3 ਤੋਂ ਵੀ 3.5 ਮਹੀਨੇ ਹੋ ਗਏ ਸੀ। ਸਤਿਗੁਰਾਂ ਦੇ ਭੈਣ ਜੀ ਆਖਣ ਲੱਗੇ, ਪਤੀ ਦੇਵ ਜੀ ਹਿਸਾਬ ਕਿਤਾਬ ਸਵੇਰ ਹੁੰਦਿਆਂ ਮਨੀਮਾਂ ਕੋਲ ਬੈਠ ਕੇ ਕਰ ਲਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਸੁਣ ਬੋਲਿਓ ਵਾਕ ਜਰਾਮਾ ਅਬ ਹੋ ਨ ਕਰੋ ਇਹ ਕੰਮ। ਜਦੋਂ ਕਹਿੰਦੇ ਜੈ ਰਾਮ ਜੀ ਨੇ ਪਤਨੀ ਦੇ ਕੋਲੋਂ ਬਚਨ ਸੁਣੇ, ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ ਮਾਫ ਕਰੀ ਮੈਨੂੰ, ਅੱਜ ਤੋਂ ਬਾਅਦ ਮੈਂ ਖਿਆਲ ਵਿੱਚ ਵੀ ਸ਼ੰਕਾ ਨਹੀਂ ਕਰਦਾ ਹਿਸਾਬ ਕਿਤਾਬ ਬਾਰੇ ਨਾ ਕਿ ਹੋ। ਆਖੋ ਸਤਿਨਾਮ। ਜੇ ਹਿਸਾਬ ਕਿਤਾਬ ਹੀ ਕਰ ਲਿਆ ਫਿਰ ਰਿਸ਼ਤੇਦਾਰੀ ਕਾਹਦੀ ਰਹੇਗੀ? ਉਹ ਰਿਸ਼ਤੇਦਾਰ ਕਾਹਦਾ ਜੀ ਜਿਹੜਾ 4 ਪੈਸੇ ਦੇ ਕੇ ਮੰਗ ਲੇ, ਲੋੜ ਪਈ ਤੇ ਖੜ ਕੇ ਤੇ ਤੁਹਾਨੂੰ ਸੁਣਾ ਦੇ ਵੀ ਮੈਂ ਤੇਰੇ ਨਾਲ ਖੜਿਆ ਸੀ, ਤੇਰੇ ਨਾਲੋਂ ਤੇ ਫਿਰ ਦੁਨੀਆ ਚੰਗੀ। ਉਹ ਲੋਕ ਚੰਗੇ ਜਿਹੜੇ ਸਾਨੂੰ ਜਾਣਦੇ ਨਹੀਂ, ਸਾਡੀ ਮਦਦ ਫੇਰ ਕਰਨਗੇ, ਮਾੜੇ ਸਮੇਂ ਸਾਡੇ ਨਾਲ ਖੜਨਗੇ। ਹੁਣ ਜੈ ਰਾਮ ਜੀ ਨੇ ਸੋਚਿਆ ਵੀ ਜੇ ਮੈਂ ਹਿਸਾਬ ਕਿਤਾਬ ਕੀਤਾ ਤੇ ਰਿਸ਼ਤੇ 'ਚ ਫੇਕ ਪੈਣੀ ਹੈ। ਪੱਕੀ ਗੱਲ ਹੈ ਇਹ। ਮਿੱਤਰ ਹੋਵੇ, ਰਿਸ਼ਤੇਦਾਰ ਹੋਵੇ, ਗਵਾਂਢੀ ਹੋਵੇ, ਜਿਹਨੂੰ ਛੱਡਣਾ ਚਾਹੁੰਦੇ ਹੋ ਨਾ ਜ਼ਿੰਦਗੀ 'ਚ, 4 ਪੈਸੇ ਉਧਾਰੇ ਦੇ ਦਿਓ, ਇੱਕ ਦਿਨ ਮੰਗ ਲਓ, ਮੁੜ ਕੇ ਅਗਲਾ ਆਪੀ ਨਹੀਂ ਹੁਣ ਕਰਦਾ, ਖੜਾ ਛੱਡ ਜਾਂਦਾ। ਹੁਣ ਜੈ ਰਾਮ ਸੋਚਣ ਵੀ ਜੇ ਮੈਂ ਗੁਰੂ ਸਾਹਿਬ ਨੂੰ ਜਾ ਕੇ ਹਿਸਾਬ ਕਿਤਾਬ ਦੀ ਗੱਲ ਕੀਤੀ, ਸਾਡਾ ਤੇ ਰਿਸ਼ਤਾ ਵੀ ਖਰਾਬ ਹੋ ਜੂ, ਘਰ ਵੀ ਖਰਾਬ ਹੋ ਜਾਣਾ। ਇਹਨਾਂ ਸੋਚਣਾ ਮੇਰੇ ਭਰਾ ਤੇ ਸ਼ੱਕ ਕੀਤਾ, ਮੇਰੇ ਵੀਰ ਬਾਰੇ ਏਦਾਂ ਕਿਹਾ, ਤੇ ਜੇ ਹਿਸਾਬ ਨਾ ਕੀਤਾ ਹੋ ਸਕਦਾ ਘਾਟਾ ਸਾਨੂੰ ਪੈ ਜਾਏ, ਦੁੱਧ ਹੋਰ ਵਧੇਗੀ। ਹੁਣ ਇੱਧਰ ਤੇ ਔਖਾ ਸੀ ਨਾ, ਕਹਿ ਨਹੀਂ ਸਕਦੇ ਹਿਸਾਬ ਬਾਰੇ, ਪਰ ਨਾਨਕੀ ਜੀ ਖਰੀ ਗੱਲ ਕਰ ਰਹੇ ਨੇ। ਕਹਿੰਦੇ ਤੁਸੀਂ ਏਦਾਂ ਕਰੋ, ਹਿਸਾਬ ਕਿਤਾਬ ਕਰ ਦਿਓ, ਇਹ ਨਾ ਹੋਵੇ 6 ਮਹੀਨੇ ਬਾਅਦ ਤੁਹਾਨੂੰ ਡਬਲ ਘਾਟਾ ਪੈ ਜਾਏ। ਲੋਕਾਂ ਦੀਆਂ ਕੀ ਪਤਾ ਗੱਲਾਂ ਤੁਹਾਨੂੰ ਸੱਚ ਨੇ ਤੇ ਸੱਚ ਲੱਗਦੀਆਂ ਹੋਣ। ਮੈਂ ਦਿਲ ਤੋਂ ਕਹਿੰਦੀ ਹਾਂ
ਵੀ ਜੇ 3 ਮਹੀਨਿਆਂ ਤੋਂ ਹਿਸਾਬ ਨਹੀਂ ਹੋਇਆ, ਸਾਨੂੰ ਕਰਨਾ ਚਾਹੀਦਾ ਏ। है तुमरी ऊर्जा भी ऐसी, नहीं लिखा करहूं कैसी। ਜੈ ਰਾਮ ਜੀ ਆਖਣ ਲੱਗੇ, ਜੇ ਤੁਹਾਡੇ ਦਿਲ ਵਿੱਚ ਗੁਰੂ ਸਾਹਿਬ ਤੇ ਐਡਾ ਵੱਡਾ ਅਕੀਦਾ, ਭਰੋਸਾ, ਵਿਸ਼ਵਾਸ ਹੈ, ਤੇ ਮੈਂ ਫਿਰ ਕਿਵੇਂ ਹਿਸਾਬ ਕਿਤਾਬ ਕਰ ਸਕਦਾ। ਦੇਖੋ ਕਿੱਡਾ ਵੱਡਾ ਫੈਸਲਾ ਉਹਨਾਂ ਦਾ। ਆਪਣੀ ਪਤਨੀ ਨੂੰ ਪੁੱਛਦੇ, ਕਹਿੰਦੇ ਜੇ ਤੈਨੂੰ ਵਿਸ਼ਵਾਸ ਹੈ ਤੇ ਫਿਰ ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ, ਮੈਂ ਕਿਸੇ ਹੋਰ ਬੰਦੇ ਤੇ ਨਹੀਂ ਕਰਦਾ। ਤੁਸੀਂ ਕਹਿਤਾ ਨਾ ਹਿਸਾਬ ਕਿਤਾਬ ਤੁਹਾਡੇ ਵੀਰ ਦਾ ਵੱਧ ਤੇ ਠੀਕ ਹੈ, ਘਾਟਾ ਹੋਵੇ ਵਾਧਾ ਹੋਵੇ ਉਹ ਫਿਰ ਮੈਂ ਹੀ ਜਾਣਾਗਾ। बचपन नानकी सुनिए, अब लिखा लिहो न गुनिए। ਫਿਰ ਨਾਨਕੀ ਜੀ ਆਖਣ ਲੱਗੇ, ਪਤੀ ਦੇਵ ਜੀ ਗੱਲ ਪਤਾ ਕੀ ਹੈ, ਅੱਜ ਤੇ 3 ਮਹੀਨੇ ਚ ਇੰਨਾ ਰੌਲਾ ਪੈ ਗਿਆ, 6 ਮਹੀਨੇ ਬਾਅਦ ਕੀ ਹੋਊ ਫਿਰ। ਮੇਰਾ ਦਿਲ ਕਹਿੰਦਾ ਹੁਣ ਇਹ ਨਹੀਂ ਵੀ ਤੁਸੀਂ ਮੇਰੇ ਭਰਾ ਤੇ ਉਂਗਲ ਚੁੱਕੀ ਤੇ ਮੈਂ ਤਾਂ ਤੁਹਾਨੂੰ ਕਹਿੰਦੀ ਹਿਸਾਬ ਕਿਤਾਬ ਕਰੋ, ਉਹ ਮਤਲਬ ਨਹੀਂ ਹੈ। ਕਹਿੰਦੇ ਮੇਰਾ ਵੀ ਦਿਲ ਕਹਿੰਦਾ ਵੀ ਲੋਕਾਂ ਦੇ ਮੂੰਹ ਬੰਦ ਕਰਾਏ ਜਾਣ, ਤੁਸੀਂ ਜਾਣੋ ਹਿਸਾਬ ਕਿਤਾਬ ਕਰੋ। ਅੱਜ ਤੇ ਤੁਹਾਨੂੰ ਕਿਸੇ ਇੱਕ ਨੇ ਭੜਕਾਇਆ, ਕੱਲ ਨੂੰ ਕਿਸੇ ਹੋਰ ਦੀਆਂ ਗੱਲਾਂ ਸੁਣ ਕੇ ਆ ਜਾਓ। ਲੋਕਾਂ ਦਾ ਕੀ ਤੇ ਪੱਲਾ ਝਾੜ ਕੇ ਹੱਸ ਕੇ ਕਹਿ ਦਿੰਦੇ ਆ ਤੇਰੀ ਮਰਜ਼ੀ, ਤੁਸੀਂ ਕੀ ਕਰੋਗੇ। ਜੈ ਰਾਮ ਕਹਿੰਦੇ ਨਹੀਂ ਨਹੀਂ, ਮੈਂ ਹਿਸਾਬ ਕਿਤਾਬ ਨਾ ਕਰਾਉਣਾ, ਨਾ ਲੈਣਾ, ਨਾ ਸੋਚਣਾ। ਕਹਿੰਦੇ ਨਹੀਂ, ਹੁਣ ਹਿਸਾਬ ਕਿਤਾਬ ਹੋਏਗਾ, ਬਾਕੀ ਗੱਲਾਂ ਬਾਅਦ ਹੋਣਗੀਆਂ। ਨਹਿ ਕੀਜੈ ਅਬੈ ਬਿਲੰਬਾ, ਬੁਲਵਾਵੋ ਸੁਤ ਮਮ ਅੰਬਾ। ਜਾਓ ਮੇਰੇ ਵੀਰ ਨੂੰ ਸਦਾ ਦਿਓ, ਉਹਨਾਂ ਨੂੰ ਇੱਥੇ ਬੁਲਾਓ। ਹੁਣ ਮੈਂ ਜਾ ਰਹੀ ਹਾਂ, ਮੇਰੇ ਵੀਰ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ। ਗੁੱਸੇ ਵਾਲੇ ਪਾਸੇ ਨਹੀਂ ਗੱਲ ਕਰ ਰਹੀ। ਹੁਣ ਇਹ ਗੱਲਾਂ ਦੋ ਤਰੀਕੇ ਨਾਲ ਹੈ, ਆਪਣਾ ਆਪਣਾ ਵਿਊ, ਆਪਾਂ ਦਾ ਵਿਊ। ਵੀ ਜੇ ਹੁਣ ਕੋਈ ਸੋਚੇ ਵੀ ਸ਼ਾਇਦ ਸਤਿਗੁਰਾਂ ਦੇ ਭੈਣ ਜੀ ਗੁੱਸਾ ਖਾ ਕੇ ਵੀ ਮੇਰੇ ਵੀਰ ਨੂੰ ਕਹਿੰਦਾ ਨਾ, ਇਹ ਆਪਣੀ ਸੋਚ ਹੈ ਕਿਸੇ ਦੀ। ਭੈਣ ਜੀ ਇਹ ਚਾਹੁੰਦੇ ਆ ਅੱਜ ਮੇਰੇ ਵੀਰ ਤੇ ਇਲਜ਼ਾਮ ਲੱਗੇ ਨੇ, ਜਿਹੜੇ ਲਾਉਣ ਵਾਲੇ ਆ ਉਹਨਾਂ ਦੇ ਮਨਸੂਬੇ ਹੋਰ ਵਧਣਗੇ, ਉਹ ਇਹਨਾਂ ਦੀ ਭਗਤੀ ਨੂੰ ਖਰਾਬ ਕਰਨਗੇ, ਕਿਉਂਕਿ ਬੇਪਰਵਾਹ ਨੇ, ਇਹ ਬੇਖੌਫ ਰਹਿੰਦੇ ਨੇ, ਤੇ ਸਾਡੇ ਘਰ ਦੇ ਵਿੱਚ ਵੀ ਉਹ ਕਲੇਸ਼ ਬਣਦਾ ਜਾਣਾ ਜੇ ਗੱਲ ਸੌਲਵ ਨਾ ਕੀਤੀ। ਉਹਨਾਂ ਸਪਸ਼ਟੀ ਕਿਹਾ, ਕਹਿੰਦੇ ਮੇਰੇ ਵੀਰ ਨੂੰ ਸੱਦਾ ਦਿੱਤਾ ਜਾਏ, ਹੁਣੇ ਬੁਲਾਓ। ਪੁੱਛਾਂ ਤੇ ਸਹੀ ਉਹਨਾਂ ਨੂੰ, ਕਿੰਨਾ ਕੁ ਦਾਨ ਕਰਦੇ ਹੋ, ਕਿੰਨੀ ਕੁ ਮਾਇਆ ਵੰਡਦੇ ਹੋ, ਲੋਕੀ ਚਰਚਾ ਕਿਉਂ ਕਰਦੇ ਨੇ। ਕਹਿ ਭੇਜੇ ਤੁਲਸਾ ਦਾਸੀ, ਜਹ ਨਾਨਕ ਥੀ ਸੁਖ ਰਾਸੀ। ਸਤਿਗੁਰਾਂ ਦੇ ਭੈਣ ਨਾਨਕੀ ਜੀ ਨੇ ਆਪਣੇ ਕੋਲ ਬੁਲਾਇਆ ਉਹਨਾਂ ਦੀ ਦਾਸੀ ਤੁਲਸਾ। ਪਰ ਤੁਲਸਾ ਦਾਸੀ ਤੇ ਰਾਏ ਕੋਈ ਦੀ ਤਲਵੰਡੀ ਹੁੰਦੀ ਸੀ। ਤੁਸੀਂ ਪਿੱਛੇ ਸੁਣਿਆ ਹੈ ਵੀ ਤੁਲਸਾ ਦਾਸੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਛੋਟੇ ਸੀ, ਗੋਦ ਵਿੱਚ ਚੁੱਕਦੀ ਸੀ, ਉਹ ਇੱਥੇ ਕਿਵੇਂ ਆ ਗਈ। ਨਾਨਕੀ ਜੀ ਦੇ ਨਾਲ ਪਿਆਰ ਬੜਾ ਸੀ, 2 ਮਹੀਨੇ ਇੱਥੇ ਲਾ ਜਾਂਦਾ ਸੀ, ਕਦੇ ਉੱਥੇ ਲਾ ਜਾਂਦੇ ਸੀ, ਆਉਂਦੇ ਜਾਂਦੇ ਰਹਿੰਦੇ ਸੀ। ਜਦੋਂ ਉਹਨਾਂ ਨੇ ਤੁਲਸਾ ਦਾਸੀ ਨੂੰ ਬੁਲਾਇਆ ਕੋਲੇ, ਕਹਿੰਦੀ ਹਾਂਜੀ, ਕਹਿੰਦੇ ਜਾਓ ਮੋਦੀ ਖਾਨੇ ਤੇ ਮੇਰੇ ਵੀਰ ਨੂੰ ਬੁਲਾ ਕੇ ਲੈ ਕੇ ਆਓ। ਨਾਨਕ ਜੀ ਨੂੰ ਕਿਉਂ, ਭੈਣ ਜੀ ਚੇਤੇ ਕਰਦੇ ਆ, ਕਿਹੜਾ ਵੀ ਕੰਮ ਕਰਦੇ ਹੋ ਉਹ ਛੱਡ ਕੇ ਆ ਜਾਓ। ਇਹ ਬੂਝਤ ਨਾਨਕ ਸੇ, ਕਹੋ ਤੁਲਸਾ ਆਈ ਕੈਸੇ। ਜਦੋਂ ਕਹਿੰਦੇ ਤੁਲਸਾ ਦਾਸੀ ਸਿਰ ਤੇ ਦੁਪੱਟਾ ਲਿਆ ਹੋਇਆ ਹੈ, ਮੋਦੀ ਖਾਨੇ ਪਹੁੰਚੀ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਖ ਕੇ ਉੱਠ ਗਏ। ਇਹ ਨਹੀਂ ਵੀ ਸਾਡੇ ਘਰ ਦੀ ਨੌਕਰ ਹੈ, ਨੌਕਰਾਂ ਦੀ ਗੱਲ ਨਹੀਂ ਹੈ, ਉਹ ਇੱਕ ਰੱਬ ਰਤੀ ਰੂਹ ਸੀ। ਗੁਰੂ ਸਾਹਿਬ ਉੱਠ ਕੇ ਪਤਾ ਹੱਥ ਜੋੜ ਕੇ ਕਹਿੰਦੇ, ਤੁਲਸਾ ਜੀ ਤੁਸੀਂ ਇੱਥੇ ਕਿਵੇਂ। ਕਿਉਂਕਿ ਅੱਜ ਤੱਕ ਤੁਲਸਾ ਦਾਸੀ ਮੋਦੀ ਖਾਨੇ ਨਹੀਂ ਆਈ, ਪਹਿਲੀ ਵਾਰ ਆਈ ਹੈ। ਹੱਥ ਜੋੜ ਕੇ ਮਹਾਰਾਜ ਪੁੱਛਦੇ, ਕਹਿੰਦੇ ਸੁੱਖ ਸਾਂਦ ਹੈ, ਸਭ ਠੀਕ ਹੈ, ਤੁਸੀਂ ਕਿਵੇਂ ਆਏ, ਕਿਵੇਂ ਆਉਣਾ ਹੋਇਆ ਏ। ਹੁਣ ਦਾਸੀ ਬਚਨ ਬਖਾਨੇ, ਤੁਮ ਭਗਨੀ ਬੋਹਿਤ ਵਾਨੇ। ਤੇ ਉਸ ਵੇਲੇ ਤੁਲਸਾ ਦਾਸੀ ਹੱਥ ਜੋੜ ਕੇ ਆਖਣ ਲੱਗੀ, ਪ੍ਰਭੂ ਜੀ ਤੁਹਾਡੇ ਭੈਣ ਜੀ ਤੁਹਾਨੂੰ ਯਾਦ ਕਰਦੇ ਨੇ। ਮਹਾਰਾਜ ਕਹਿੰਦੇ ਕਿਉਂ, ਕਹਿੰਦੇ ਮੈਨੂੰ ਨਹੀਂ ਪਤਾ, ਤੁਹਾਨੂੰ ਸੱਦਾ ਦਿੱਤਾ ਉਹਨਾਂ ਨੇ, ਘਰੇ ਬੁਲਾ ਰਹੇ ਨੇ, ਤੁਸੀਂ ਹੁਣੇ ਹੀ ਆ ਜਾਓ। ਉਹ ਕਹਿੰਦੇ ਸੀ ਜਿਹੜਾ ਵੀ ਕੰਮ ਕਰਦੇ ਉਹਨੂੰ ਛੱਡ ਕੇ ਸਾਡੇ ਕੋਲ ਆਵੋ। ਉਹ ਬਿਨੈ ਕਰੀ ਕਹਿ ਬਾਨੀ, ਦੇਹੋ ਦਰਸ਼ਨ ਕਰਨਾ ਥਾਨੀ। ਜਾਂਦੀ ਜਾਂਦੀ ਤੁਲਸਾ ਦਾਸੀ ਨੇ ਕਹਿ ਦਿੱਤਾ, ਸਿਰਫ ਪਾਤਸ਼ਾਹ ਤੁਹਾਡੇ ਦਰਸ਼ਨਾਂ ਵਾਸਤੇ ਉਹਨਾਂ ਨੇ ਬੁਲਾਇਆ। ਚਿੱਤ ਕਰਦਾ ਹੈ ਵੀਰ ਦੇ ਦਰਸ਼ਨ ਕਰ, ਮਿਲਣ, ਕਿਉਂਕਿ ਸਤਿਗੁਰ ਵੀ ਜਾਣਦੇ ਨੇ ਭੈਣ ਨਾਨਕੀ ਕਦੇ ਵੀਰ ਨਹੀਂ ਮੰਨਦੀ, ਰੱਬ ਮੰਨਦੀ ਹੈ। ਜਦੋਂ ਭੈਣ ਜੀ ਦਾ ਸੱਦਾ ਆਇਆ ਨਾ, ਗੁਰੂ ਸਾਹਿਬ ਕਹਿੰਦੇ ਵਾਲਿਆ ਚੱਲ ਚੱਲੀਏ ਭਾਈ।
ਭੈਣ ਦਾ ਬਚਨ ਕਿੱਥੋਂ ਬਣ ਜੂਗਾ? ਉਹ ਵੀ ਸਮਾਂ ਸੀ ਗੁਰੂ ਸਾਹਿਬ ਬਗਦਾਦ ਦੇ ਵਿੱਚ ਨੇ, ਅਰਬ ਵਾਲੇ ਪਾਸੇ ਵੀ ਗਏ। ਭੈਣ ਨਾਨਕੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਨੇਤਰਬੰਦ ਚੇਤੇ ਕੀਤਾ, ਉੱਥੋਂ ਇੱਕ ਪੰਛੀ ਆ ਗਏ। ਉਹ ਵੀ ਦਿਨ ਸੀ ਦੱਖਣੀ ਅਫਰੀਕਾ ਵਿੱਚ ਗੁਰੂ ਸਾਹਿਬ ਬੈਠੇ ਆ ਜੰਗਲ ਦੇ ਵਿੱਚ, ਤੇ ਮਹਾਰਾਜ ਨੂੰ ਚੇਤੇ ਕੀਤਾ। ਭੈਣ ਨੇ ਇੱਕ ਪੰਛ ਪਹੁੰਚ ਗਏ, ਇੱਕ ਪੰਛ, ਭਾਵੇਂ ਕੋਈ ਧਰਤੀ ਸੀ ਜਾਂ ਯੂਰਪ ਦੀ ਧਰਤੀ ਹੈ ਜਾਂ ਕੋਈ ਹੋਰ ਹੈ, ਜਦ ਵੀ ਯਾਦ ਕੀਤਾ ਇੱਕ ਸੈਕਿੰਡ ਬਹੁਤ ਵੱਡਾ ਹੈ। ਉਹ ਤੋਂ ਪਹਿਲਾਂ ਹੀ ਸਤਿਗੁਰ ਆ ਜਾਂਦੇ ਸੀ, ਕਿਉਂਕਿ ਉਹ ਭੈਣ ਨੂੰ ਭੈਣ ਨਹੀਂ ਰੱਬ ਦੀ ਭਗਤ ਮੰਨਦੇ ਸੀ। ਇਹ ਰੂਹਾਨੀਅਤ ਦਾ ਰਿਸ਼ਤਾ ਹੈ, ਸੰਸਾਰੀ ਰਿਸ਼ਤਾ ਨਹੀਂ ਹੈ। ਜਦੋਂ ਯਾਦ ਕੀਤਾ ਨਾ, ਸਤਿਗੁਰ ਕਹਿੰਦੇ ਬਾਲਿਆ ਚੱਲੀਏ। ਕਹਿੰਦੇ ਮਰਦ ਕੀ ਕੰਮ ਹੈ? ਸਤਿਗੁਰ ਕਹਿੰਦੇ ਕੰਮ ਕੋਈ ਨਹੀਂ, ਘਰੇ ਵੀ ਕੰਮ ਹੁੰਦੇ ਆ। ਬਾਲਿਆ ਆਪਾਂ ਨੂੰ ਬੁਲਾਇਆ ਭੈਣ ਜੀ ਨੇ, ਹੁਣੇ ਜਾਣਾ ਪੈਣਾ ਏ। ਇਉਂ ਆਈ ਤੁਮਾਰੀ ਪਸ, ਉਠ ਚੱਲੀਏ ਸੁਸਵਾਸ। ਬਸ ਤੁਲਸਾ ਦਾਸੀ ਇਹਨੇ ਬੋਲ ਬੋਲ ਕੇ ਚਲੇ ਗਈ ਵੀ ਹੁਣੇ ਹੀ ਆ ਜਾਇਓ, ਮੈਂ ਚੱਲੀ ਆ। ਬਾਤ ਕਹਿੰਦੇ ਸਤਿਗੁਰ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੋਦੀ ਖਾਨੇ ਤੇ ਕਿਹਨੂੰ ਬਿਠਾਇਆ ਜਾਏ? ਬਾਤ ਕਹਿੰਦੇ ਰੱਬ ਬੈਠੇ, ਚੱਲੀਏ। ਖੁੱਲੇ ਪਏ ਦਰਵਾਜ਼ੇ, ਕਿਹਾ ਹੋਇਆ ਜਿਹਨੂੰ ਜੋ ਚਾਹੀਦਾ ਲੈ ਜਾਓ। ਅੱਗੇ ਲੋਕ ਬੜੇ ਇਮਾਨਦਾਰ ਹੁੰਦੇ ਸੀ, ਵਿਦੇਸ਼ਾਂ 'ਚ ਵੀ ਇਹੋ ਜਿਹੀਆਂ ਇਮਾਨਦਾਰੀ ਦੀਆਂ ਅੱਜ ਵੀ ਮਿਸਾਲਾਂ ਮਿਲਦੀਆਂ ਨੇ। ਥਾਂ ਥਾਂ ਤੇ ਵੱਡੇ ਹਾਈਵੇ ਤੇ ਫਰੂਟ ਦੀਆਂ ਰੇਹੜੀਆਂ ਲੱਗੀਆਂ, ਡਾਲਰ ਪਾਓ ਲੈ ਜਾਓ ਤੋਲ ਕੇ। ਪਰ ਇੱਥੇ ਮਾਫ ਕਰਿਓ, ਇੱਥੇ ਤੇ ਏਟੀਐਮ ਸੇਵ ਨਹੀਂ ਆ, ਸਤਿਨਾਮ, ਉਹ ਚੁੱਕ ਕੇ ਲੈ ਜਾਂਦੇ ਆ। ਇੱਥੇ ਤੇ ਗੁਰਦੁਆਰੇ ਮੰਦਿਰ ਮਸਜਿਦਾਂ ਨੂੰ ਸੀਸੀਟੀਵੀ ਲਾ ਕੇ ਜਿੰਦੇ ਲਾਉਣੇ ਪੈਂਦੇ ਆ, ਜੋੜੇ ਕਰ ਜੋੜੇ ਜਮਾ ਕਰਾਉਣੇ ਪੈਂਦੇ ਆ। ਰੱਬ ਦੇ ਘਰ ਵੀ ਬੇਈਮਾਨ ਚੋਰਾਂ ਦਾ ਪਤਾ ਨਹੀਂ ਕਦੋਂ ਦੌੜ ਜਾਣਾ, ਸਤਿਨਾਮ। ਕਿਹਦਾ ਮਨ ਬਦਲ ਜੇ, ਸੱਚਾ ਜਾਂ ਝੂਠ ਕੋਰੀਆਂ ਨੇ। ਪਰ ਉਸ ਵੇਲੇ ਮੋਦੀ ਖਾਨਾ ਛੱਡ ਦਿੱਤਾ। ਭਾਈ ਬਾਲਾ ਜੀ ਵੀ ਕਹਿੰਦੇ ਨਾਲ ਦੀ ਨਾਲ ਉਹਨਾਂ ਨੇ ਖੜਾਵਾਂ ਪਾਈਆਂ। ਗੁਰੂ ਸਾਹਿਬ ਉੱਠੇ ਨੇ ਆਪਣੀ ਥਾਂ ਤੋਂ, ਬੁੱਕਲ ਮਾਰੀ ਚਾਦਰ ਦੀ, ਘਰ ਜਾਣ ਲਈ ਤਿਆਰ ਹੋਏ ਨੇ। ਦੋਹਰ ਸ੍ਰੀ ਨਾਨਕ ਬੋਲੇ ਬਚਨ, ਚਲ ਤੁਲਸਾ ਹੋ ਆਈ। ਜਦੋਂ ਸਤਿਗੁਰਾਂ ਨੇ ਤੁਲਸਾ ਦਾਸੀ ਨੂੰ ਭੇਜ ਦਿੱਤਾ, ਉਹਨੇ ਘਰ ਆ ਕੇ ਦੱਸਿਆ ਵੀ ਸਤਿਗੁਰ ਆ ਰਹੇ ਨੇ। ਜੈ ਰਾਮ ਜੀ ਚਿੰਤਾ ਵਿੱਚ ਪੈ ਗਏ ਵੀ ਜੇ ਗੁਰੂ ਸਾਹਿਬ ਕੋਲੇ ਗੱਲ ਚਲੀ ਗਈ, ਹਿਸਾਬ ਕਿਤਾਬ ਦੀ ਜਾਣੀ ਤੇ ਹੈ ਆ, ਕਿਤੇ ਮਹਾਰਾਜ ਇਹੀ ਨਾ ਕਹਿਣ ਵੀ ਅਸੀਂ ਮੋਦੀ ਖਾਨਾ ਨਹੀਂ ਕਰਨਾ। ਇਹ ਵੀ ਮੁਸੀਬਤ ਹੈ, ਗੁਰੂ ਨਾਰਾਜ਼ ਨਾ ਹੋ ਜਾਣ। ਜੇ ਸਤਿਗੁਰ ਸੱਚੇ ਪਾਤਸ਼ਾਹ ਨਾਰਾਜ਼ ਹੁੰਦੇ ਤਾਂ ਔਖਾ, ਜੇ ਘਾਟਾ ਪੈਂਦਾ ਆਪਣੀ ਬਦਨਾਮੀ ਹੁੰਦੀ ਹੈ, ਇੱਜ਼ਤ ਜਾਂਦੀ ਹੈ, ਫਿਰ ਕਿਹੜਾ ਸੁੱਖ ਹੈ? ਦੋਨੇ ਪਾਸੇ ਮੁਸੀਬਤ। ਇਹਨੂੰ ਕੌਣ ਹੱਲ ਕਰੇ? ਮੁਝ ਕੋ ਲੀਨ ਬੁਲਾਈ ਢਿਗ, ਬੂਝਤ ਭੋਗਤ ਦਾਈ। ਅੰਤਰਜਾਮੀ ਪ੍ਰੀਤਮ ਭਾਈ ਬਾਲਾ ਜੀ ਕਹਿੰਦੇ ਮੈਨੂੰ ਕੋਲ ਬੁਲਾ ਕੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਬਾਲਿਆ ਆਪਾਂ ਨੂੰ ਘਰੇ ਕਿਉਂ ਬੁਲਾਇਆ ਹੋਣਾ? ਇਹ ਯਾਰੀ, ਮਿੱਤਰਤਾ, ਪਿਆਰ। ਭਾਈ ਬਾਲਾ ਜੀ ਕਹਿੰਦੇ ਮੈਂ ਸਮਝ ਗਿਆ ਵੀ ਗੱਲ ਕੋਈ ਖਾਸ ਹੈ, ਗੱਲ ਤੇ ਜ਼ਰੂਰ ਹੋਣੀ ਹੈ। ਅਕਲ ਛੰਦ ਕਿਉਂ ਹਮੇ ਬੁਲਾਇਓ ਬਾਲਾ, ਭ੍ਰਮ ਹੋਇਓ ਉਹ ਇਕੱਲ। ਗੁਰੂ ਸਾਹਿਬ ਬੜੇ ਪਿਆਰ ਵਿੱਚ ਆਖਣ ਲੱਗੇ ਬਾਲਿਆ ਮੈਨੂੰ ਕੋਈ ਭਰਮ ਜਾ ਹੁੰਦਾ ਲੱਗਦਾ ਹੈ ਵੀ ਕੋਈ ਗੜਬੜ ਹੈ। ਸਤਿਗੁਰਾਂ ਦੀ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਨੂੰ ਪ੍ਰੇਮ ਬਹੁਤ ਕਰਦਾ। ਮਿੱਤਰ ਕਦੇ ਆਪਣੇ ਮਿੱਤਰ ਨੂੰ ਸੱਚੀ ਗੱਲ ਵੀ ਕੋਰੀ ਨਹੀਂ ਕਹਿ ਕੇ ਕਹਿੰਦਾ, ਤਰੀਕੇ ਨਾਲ ਕਹਿੰਦਾ। ਕਹਿੰਦੇ ਜੇ ਮੈਂ ਕਿਹਾ ਵੀ ਮਹਾਰਾਜ ਹਾਂ ਮੈਨੂੰ ਵੀ ਇਦਾਂ ਹੀ ਲੱਗਦਾ, ਕਹਿੰਦੇ ਹੋ ਸਕਦਾ ਮਨ ਦੁਖੀ ਹੋਵੇ, ਅਸਰ ਪਵੇ ਗੱਲ ਦਾ। ਮੈਂ ਹੱਸ ਕੇ ਕਿਹਾ ਸੱਚੇ ਪਾਤਸ਼ਾਹ ਇਸ ਵੀ ਕੋਈ ਗੱਲ ਨਹੀਂ, ਸੁਭਾਵਕ ਬੁਲਾਇਆ ਹੋਣਾ, ਘਰੇ ਕੁਝ ਖਾਣ ਨੂੰ ਵਧੀਆ ਬਣਿਆ ਹੋਣਾ, ਜਾਂ ਕੋਈ ਮਿਲਣ ਆਇਆ ਹੋਣਾ, ਉਹ ਤਾਂ ਚੇਤੇ ਕਰਦੇ ਨੇ। ਮਮ ਚੁਗਲੀ ਕੀਨੀ ਕਾਹੂ, ਮਨ ਲਖਿਤ ਹੈ ਬਿਦ ਜਾਹੂ। ਭਾਈ ਬਾਲਾ ਜੀ ਕਹਿੰਦੇ ਮੈਂ ਪਾਇਆ ਪਰਦਾ। ਮਿੱਤਰ ਤਾਂ ਨਿਭਾ ਰਹੇ ਆ ਨਾ ਜੀ, ਮਿੱਤਰ ਉਹ ਥੋੜੀ ਹੈ ਜਿਹੜਾ ਮਿੱਤਰ ਨੂੰ ਜਲੀਲ ਕਰਕੇ ਮਾਰਦੇ। ਮਿੱਤਰ ਉਹ ਹੈ ਗੁਨਾਹ ਦੇਖ ਕੇ ਵੀ ਪਰਦਾ ਪਾ ਕੇ ਕਹਿੰਦਾ ਏਦਾਂ ਨਾ ਕਰਿਆ ਕਰ, ਇਹ ਚੰਗਾ ਨਹੀਂ। ਤੇ ਜੇ ਅੱਗੇ ਮਿੱਤਰ ਉਹ ਸਮਝਣਾ ਚਾਹੀਦਾ। ਭਾਈ ਬਾਲਾ ਜੀ ਕਹਿੰਦੇ ਮੈਂ ਮਰਦ ਨੂੰ ਕਿਹਾ ਸੱਚੇ ਪਾਤਸ਼ਾਹ ਕੁਛ ਨਹੀਂ ਹੋਇਆ। ਅੰਤਰਜਾਮੀ ਸਤਿਗੁਰ ਕਹਿੰਦੇ ਬਾਲਿਆ ਮੈਨੂੰ ਲੱਗਦਾ ਕਿਸੇ ਨੇ ਸਾਡੀ ਚੁਗਲੀ ਕੀਤੀ। ਆਖੋ ਸਤਿਨਾਮ। ਕਹਿੰਦੇ ਅੰਤਰਜਾਮੀ ਪ੍ਰੀਤਮ ਨੇ ਉਹ ਘਰ ਦੀ ਗੱਲ ਮੇਰੇ ਕੋਲ ਦੁਹਰਾਈ। ਕਹਿੰਦੇ ਪੱਕਾ ਹੋਇਆ ਕਿਸੇ ਚੁਗਲਖੋਰ ਨੇ ਕੰਨਾਂ ਵਿੱਚ ਜ਼ਹਿਰ ਘੋਲਿਆ ਏ। ਸ੍ਰੀ ਅੰਗਦ ਸੋ ਕਹਿ ਬਾਲਾ,
ਸਭ ਕਥਾ ਬਣਾਏ ਹਸਲ। ਗੁਰੂ ਅੰਗਦ ਦੇਵ ਮਹਾਰਾਜ ਨੂੰ ਕਥਾ ਸੁਣਾਉਂਦੇ ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਬਾਲਿਆ ਸੱਚ ਪੁੱਛੇ ਹੁਣ ਚਿੱਤ ਇੱਥੇ ਵੀ ਨਹੀਂ ਲੱਗਦਾ ਖੋ ਸਤਨਾਮ ਤੂੰ ਦੱਸ ਕੀ ਕਰੀਏ। ਕਹਿੰਦੇ ਮੇਰਾ ਮਨ ਭਾਵੁਕ ਹੋ ਗਿਆ। ਮੈਂ ਕਿਹਾ ਮਹਾਰਾਜ ਇਹੋ ਜੀ ਕੋਈ ਗੱਲ ਨਹੀਂ, ਕਿਸੇ ਨੇ ਕੋਈ ਚੁਗਲੀ ਨਹੀਂ ਕੀਤੀ, ਕਿਸੇ ਨੇ ਕੁਝ ਨਹੀਂ ਕਿਹਾ, ਚਲੋ ਚੱਲੀਏ ਘਰੇ। ਬਾਤੇ ਦਿਨ ਚੱਲ ਪਏ, ਅਸੀਂ ਘਰ ਜਾਣ ਨੂੰ ਤਿਆਰ ਹੋ ਗਏ ਭੈਣ ਜੀ ਦੇ ਘਰ, ਬਿਲਕੁਲ ਨਾਲ ਘਰ ਸੀ ਹੱਟ ਸਾਹਿਬ ਦੇ ਕੋਲ। ਪਰ ਮਹਾਰਾਜ ਕਹਿੰਦੇ ਆ ਬਾਲਿਆ ਕੁਝ ਚੰਗਾ ਨਹੀਂ ਹੋਣ ਵਾਲਾ। ਮੇਰਾ ਦਿਲ ਕਹਿੰਦਾ ਹੈ ਕਿਸੇ ਨੇ ਆ ਕੇ ਉਹ ਕੰਮ ਕੀਤਾ ਜੋ ਨਹੀਂ ਸੀ ਕਰਨਾ ਚਾਹੀਦਾ। ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਖੇਡਾਂ ਵਰਤਾ ਰਹੇ ਨੇ। ਸਮਾਂ ਬਿਲਕੁਲ ਸਮਾਪਤ ਹੋ ਗਿਆ ਜੀ, ਜਿਵੇਂ ਜਿਵੇਂ ਜੋ ਜੋ ਕੁਝ ਹੋਏਗਾ ਕੱਲ ਕੀ ਬਣੇਗਾ, ਫੈਸਲਾ ਕੀ ਹੋਣਾ ਹੈ, ਗੁਰੂ ਸਾਹਿਬ ਦੀ ਕਿਰਪਾ ਨਾਲ ਇਸੇ ਤਰ੍ਹਾਂ ਜੁੜ ਕੇ ਸੰਗਤ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ।